ਨਾਲ ਵੀ ਬੋਡੀ ਦੇ ਵਿੱਚ ਜਿਹੜਾ ਆ ਉਹੀ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸ ਰਹੀ ਹੈਗੀ ਸੀ ਕਿ ਉਹਨੇ ਉਨਾ ਹੀ ਇਫੈਕਟ ਪਾਉਣਾ ਆ ਬੋਡੀ ਨੇ ਤੁਹਾਡੇ। ਸੋ ਇਹਨਾਂ ਚੀਜ਼ਾਂ ਨੇ ਵੀ ਉਨਾ ਹੀ ਇਫੈਕਟ ਬਾਡੀ ਤੇ ਪਾਣਾ ਹੈਗਾ, ਚਾਹੇ ਉਹ 100 ਰੁਪਏ ਦੇ ਬ੍ਰਾਂਡਡ ਬਿਸਕਿਟ ਲੈ ਲਓ ਤੇ ਚਾਹੇ 10-20 ਰੁਪਏ ਤੇ ਨਾਰਮਲ ਬਿਸਕਿਟ ਲੈ ਲਓ। ਠੀਕ ਹੈ, ਸੋ ਇਹਦੀ ਜਗ੍ਹਾ ਤੇ ਐਡੀਸ਼ਨਲ ਚੀਜ਼ਾਂ ਸ਼ੁਰੂ ਕਰੋ ਜਿਹੜੀਆਂ ਮਿਕਸ ਨਟ ਸੀਡਸ ਆ ਜਾਂਦੇ ਹੈਗੇ ਆ। ਉਹਦੇ ਵਿੱਚ ਬਹੁਤ ਸਾਰੇ ਜਿਹੜੇ ਨਟਸ ਔਰ ਸੀਡਸ ਆਉਂਦੇ ਹੈਗੇ ਆ, ਠੀਕ ਹੈ, ਉਹ ਖਾਓ ਅਗਰ ਘਰਾਂ ਦੇ ਵਿੱਚ ਤੁਹਾਡੇ ਕੋਲ ਅਵੇਲੇਬਲ ਹੈਗੇ ਆ। ਅਗਰ ਉਹ ਚੀਜ਼ਾਂ ਘਰ ਦੇ ਵਿੱਚ ਅਵੇਲੇਬਲ ਹੈਗੀਆਂ ਤੇ ਉਹਨਾਂ ਨੂੰ ਰਾਤ ਨੂੰ ਭਿਓ ਕੇ ਸਵੇਰੇ ਜਿਹੜਾ ਤੁਸੀਂ ਉਹਨੂੰ ਖਾਲੀ ਪੇਟ ਲੈ ਸਕਦੇ ਹੈਗੇ ਹੋ। ਜਾਂ ਫਿਰ ਤੁਸੀਂ ਅਗਰ ਈਵਨਿੰਗ ਦੇ ਵਿੱਚ ਭੁੱਖ ਲੱਗਦੀ, ਜਿਵੇਂ 2 ਤੋਂ 3 ਜਾਂ 4 ਵਜੇ ਦਾ ਟਾਈਮ ਹੁੰਦਾ ਕਿ ਤੁਹਾਨੂੰ ਬਹੁਤ ਜ਼ਿਆਦਾ ਭੁੱਖ ਲੱਗਦੀ, ਤਾਂ ਇਹਦੇ ਵਿੱਚ ਤੁਸੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਭਿਓ ਕੇ ਲੈ ਸਕਦੇ ਹੈਗੇ ਹੋ। ਫਿਰ ਤੁਸੀਂ ਇਹਦੇ ਵਿੱਚ ਮਖਾਣੇ ਲੈ ਸਕਦੇ ਹੋ, ਇੱਕ ਮੁੱਠੀ ਜਿਵੇਂ ਦੱਸਿਆ ਹੈਗਾ। ਫਿਰ ਤੁਸੀਂ ਇਹਦੇ ਵਿੱਚ ਮਿਲਟਸ ਨਾਲ ਬਣੇ ਜਿਹੜੇ ਬੇਕਰੀ ਪ੍ਰੋਡਕਟਸ ਆ, ਮਿਲਟਸ ਨਾਲ ਬਣੇ ਜਿਹੜੇ ਕੁਕੀਜ਼ ਹੈਗੇ ਆ, ਜਿਹੜੇ ਕਿ ਕੋਕੋਨਟ ਆਇਲ ਐਂਡ ਜੈਗਰੀ ਪਾਊਡਰ ਦੇ ਨਾਲ ਬਣਦੇ ਹੈਗੇ ਆ। ਇਹ ਚੀਜ਼ਾਂ ਦਾ ਸੇਵਨ ਕਰੋ। ਇਹ ਤੁਸੀਂ ਮਤਲਬ ਇਹ ਤੁਹਾਡੀ ਭੁੱਖ ਨੂੰ ਕੰਟਰੋਲ ਵੀ ਕਰਦੇ ਆ। ਏਦਾਂ ਨਹੀਂ ਆ ਕਿ ਤੁਹਾਨੂੰ ਇੱਕ ਡੱਬਾ ਦੇ ਦਿੱਤਾ ਖਾਣੇ ਦਾ ਤੁਸੀਂ ਉਹਨੂੰ ਪੂਰਾ ਕੰਜ਼ਿਊਮ ਕਰ ਜੂਗੇ, ਨੋ। ਇਹਦੇ ਵਿੱਚ ਤੁਸੀਂ ਸਿਰਫ 2 ਤੋਂ 3 ਜਿਹੜੇ ਕੁਕੀਜ਼ ਉਹ ਲਓਗੇ ਤਾਂ ਇਹ ਆਪਣੇ ਬਾਲ ਵੀ ਡਾਈਜੈਸਟ ਵੀ। ਪਲੀਜ਼ ਅਗਰ ਕਿਸੇ ਦਾ ਮਾਈਕ ਅਨਮਿਊਟ ਤਾਂ ਉਹਨੂੰ ਮਿਊਟ ਕਰ ਲਓ। गर्मी बैठी है, पंखा बंद करके। ਆਵਾਜ਼ ਨਾ ਆਵੇ। बनते हैं पीछे सारे। ਸੋ ਇਸ ਕਰਕੇ ਜਿਹੜੀ ਇਹ ਈਜ਼ੀ ਟੂ ਡਾਈਜੈਸਟ ਹੈ, ਠੀਕ ਹੈ। ਔਰ ਸਭ ਤੋਂ ਜ਼ਿਆਦਾ ਇਹਦੇ ਵਿੱਚ ਜਿਹੜੇ ਹੈਗੇ ਆ ਕਿ ਭਰਪੂਰ ਮਾਤਰਾ 'ਚ ਜਿਹੜੇ ਫਾਈਬਰ ਹੈਗੇ ਆ, ਠੀਕ ਆ, ਉਹ ਤੁਹਾਡੀ ਬਾਡੀ ਨੂੰ ਮਿਲਦੇ ਹੈਗੇ ਆ। ਔਰ ਇਹਦੇ ਨਾਲ ਅਗਰ ਤੁਹਾਨੂੰ ਲੱਗਦਾ ਆ ਕਿ ਮੇਰੇ ਜਿਹੜਾ weight ਆ, ਇੱਕ weight ਹੈਗਾ ਆ ਕਿ ਸਾਡਾ ਜਿਹੜਾ ਵੱਧ ਰਿਹਾ ਹੈਗਾ, ਇੱਕ ਹੈਗਾ weight ਜਿਹੜਾ ਸਾਡਾ ਘਟ ਰਿਹਾ ਹੈਗਾ। ਸੋ ਦੋਨਾਂ ਦੀ ਡਿਫਰੈਂਟ ਡਾਈਟ ਆ। ਇਹ ਨਹੀਂ ਹੈਗਾ ਕਿ weight ਜਿਹੜਾ ਵਧਾਉਣ ਲਈ ਵੀ ਉਹੀ ਖਾਈ ਜਾ ਰਿਹਾ, weight ਘਟਾਉਣ ਲਈ ਵੀ ਉਹੀ ਖਾਈ ਜਾ ਰਿਹਾ, ਏਦਾਂ ਨਹੀਂ ਆ। weight ਜਿਹਦਾ ਘੱਟ ਹੈਗਾ, ਜਿਹੜਾ ਵਧਾਉਣਾ ਚਾਹੁੰਦਾ ਆ, ਉਹਦੇ ਲਈ ਕਿਹੜੀਆਂ ਚੀਜ਼ਾਂ, ਕਿੰਨਾ ਪ੍ਰੋਟੀਨ ਬਾਡੀ ਨੂੰ ਚਾਹੀਦਾ, ਕਿੰਨੀਆਂ ਉਹਦੀਆਂ ਕੈਲੋਰੀਜ਼ ਹੈਗੀਆਂ ਜਿਹੜੀਆਂ ਦਿਨ 'ਚ ਉਹਨੂੰ ਕੈਲਕੂਲੇਟ ਕਰਨੀਆਂ ਚਾਹੀਦੀਆਂ ਹੈਗੀਆਂ। ਔਰ ਜਿਹਨੇ weight ਘਟਾਉਣਾ ਹੈਗਾ ਉਹਨੇ ਪ੍ਰੋਟੀਨ ਜਿਹੜਾ ਕਿੰਨਾ ਖਾਣਾ ਹੈਗਾ, ਕਿੰਨੀ ਉਹਨੂੰ ਬਾਡੀ 'ਚ ਫੈਟ ਦੀ ਲੋੜ ਹੈਗੀ, ਕਿੰਨੇ ਪ੍ਰੋਟੀਨ ਦੀ ਜ਼ਰੂਰਤ ਹੈਗੀ ਆ, ਸੋ ਦੈਟ ਜਿਹੜਾ ਉਹਦਾ ਹੌਲੀ ਹੌਲੀ ਇਹ ਚੀਜ਼ਾਂ ਨੂੰ ਆਪਾਂ ਰਿਕਵਰ ਕਰ ਸਕੀਏ। ਸੋ ਮੈਂ ਹਰਬਲ ਕੇਅਰ ਦੀ ਗੱਲ ਕਰ ਰਹੀ ਸੀਗੀ। ਇਹਦੇ ਵਿੱਚ ਸਭ ਤੋਂ ਵੱਡੀ ਮਾਤਰਾ ਦੇ ਵਿੱਚ ਲਿਊਟਿਨ ਹੁੰਦਾ ਆ। ਹੁਣ ਲਿਊਟਿਨ ਕੀ ਹੈਗਾ ਆ? ਇਟ ਇਜ਼ ਵਿਟਾਮਿਨ, ਜਿਹੜਾ ਲਿਊਟਿਨ ਹੈਗਾ ਆ, ਇਹ ਵਿਟਾਮਿਨ ਸੀ ਦੀ ਕੰਬੀਨੇਸ਼ਨ ਚ ਆਉਂਦਾ ਹੈਗਾ ਆ ਕਿ ਬਹੁਤ ਜ਼ਿਆਦਾ ਜਿਹੜੇ ਸਾਡੇ ਇਹ ਐਂਟੀਆਕਸੀਡੈਂਟ ਤੇ ਐਂਟੀ ਇਨਫਲੇਮੇਟਰੀ ਪ੍ਰੋਪਰਟੀਜ਼ ਹੈ, ਇਹਦੀਆਂ ਐਂਟੀ ਵਾਇਰਲ ਪ੍ਰੋਪਰਟੀਜ਼ ਹੈ, ਐਂਟੀ ਬੈਕਟੀਰੀਅਲ ਪ੍ਰੋਪਰਟੀਜ਼ ਆ, ਐਂਟੀ ਫੰਗਸ ਪ੍ਰੋਪਰਟੀਜ਼ ਹੈਗੀਆਂ। ਤੇ ਇਹ ਕੀ ਹੈਗੀਆਂ ਕਿ ਬਹੁਤ ਸਾਰੀਆਂ ਬਾਡੀ ਨੂੰ ਇਹਦਾ ਜਿਹੜਾ ਜਿੰਨੇ ਵੀ ਟੌਕਸਿਨਸ ਆਪਾਂ ਬੈਡ ਲਾਈਫ ਸਟਾਈਲ ਦੇ ਵਿੱਚ ਆਪਣੀ ਬਾਡੀ ਨੂੰ ਦੇ ਚੁੱਕੇ ਆ, ਉਹਨੂੰ ਡੀਟੌਕਸੀਫਾਈ ਕਰਦਾ ਆ, ਥਾਇਰਾਇਡ ਦੀ ਮਾਤਰਾ ਨੂੰ ਮੇਨਟੇਨ ਕਰਦਾ, ਬਲੱਡ ਪ੍ਰੈਸ਼ਰ ਨੂੰ ਨਾਰਮਲਾਈਜ਼ ਕਰਦਾ, ਬਲੱਡ ਗਲੂਕੋਜ਼ ਲੈਵਲਸ ਨੂੰ ਨਾਰਮਲਾਈਜ਼ ਕਰਦਾ। ਸਾਡੀਆਂ ਸਭ ਤੋਂ ਵੱਡੀ ਦਿੱਕਤ ਹੈਗੀ ਮੋਟਾਪਾ ਅੱਜ ਕੱਲ ਦੇ ਟਾਈਮ ਦੇ ਵਿੱਚ, ਜਿਹੜਾ ਕਿ ਸਾਡਾ ਉਹਦਾ ਬੈਲੈਂਸ ਇੰਨਾ ਵਿਗੜਿਆ ਪਿਆ ਹੈ ਕਿ ਕਿਸੇ ਦਾ 150 ਕਿਲੋ ਹੈਗਾ ਤਾਂ ਕਿਸੇ ਦਾ 90 ਕਿਲੋ ਹੈਗਾ। ਅਕੋਰਡਿੰਗ ਟੂ ਯਰ ਹਾਈਟ ਸਾਨੂੰ ਪਤਾ ਹੀ ਨਹੀਂ ਹੈਗਾ ਕਿ ਸਾਡਾ weight ਕੀ ਹੋਣਾ ਚਾਹੀਦਾ ਹੈ। ਸੋ ਇਹਨਾਂ ਚੀਜ਼ਾਂ ਕਰਕੇ ਹੀ ਜਿਹੜੇ ਸਾਡੇ ਨਿਊਟ੍ਰੀਸ਼ਨਿਸਟ ਹੈ, ਡਾਈਟੀਸ਼ੀਅਨਸ ਹੈਗੇ ਆ, ਕੰਸਲਟੈਂਟਸ ਹੈਗੇ ਆ, ਬੈਠੇ ਆ, ਉਹਨਾਂ ਨੂੰ ਕੰਸਲਟ ਕਰੋ, ਆਪਣੇ ਬਾਡੀ ਬਾਰੇ ਇਨਫੋਰਮੇਸ਼ਨ ਲਓ। ਦੇਖੋ, ਕੁਝ ਜਿਹੜੀਆਂ ਜੈਨੂਇਨ ਚਾਰजेस ਪੇ ਕਰਕੇ ਮੇਰੇ ਹਿਸਾਬ ਨਾਲ ਕੋਈ ਦਿੱਕਤ ਨਹੀਂ ਹੈਗੀ ਕਿ ਅਗਰ ਅਸੀਂ ਆਪਣੀ ਬਾਡੀ ਨੂੰ ਹੈਲਦੀ ਕਰ ਰਹੇ ਹਾਂ, ਢੇਰ ਸਾਰੇ ਪੈਸੇ ਹਸਪੀਟਲਾਂ ਦੇ ਵਿੱਚ ਖਰਚ ਕਰਨ ਨਾਲੋਂ ਚੰਗਾ ਆ ਬਾਅਦ ਦੇ ਵਿੱਚ। ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਇਹ ਸੋਚਦੇ ਆ ਕਿ ਬੁਖਾਰ ਚੜਿਆ ਤੇ ਫਟਾਫਟ 10-20 ਰੁਪਏ ਦੀ ਜਾ ਕੇ ਦਵਾਈ ਲਿਓ, ਠੀਕ ਹੈ, ਦੈਟ ਇਜ਼ ਈਜ਼ੀ। ਕਿੱਥੇ ਡਾਈਟੀਸ਼ੀਅਨ ਕੋਲ ਜਾਵਾਂਗੇ, ਕੰਸਲਟੇਸ਼ਨ ਕੋਲ ਜਾਵਾਂਗੇ, ਉਹਨੂੰ ਜਾ ਕੇ ਦੇਣਾ ਪੈਣਾ 1000 ਰੁਪਈਆ ਜਾਂ 500 ਜਾਂ ਵਟਐਵਰ ਜੋ ਵੀ ਫੀਸ ਹੈਗੀ ਆ, ਤੇ ਉਹ ਦੇ ਚਾਰजेस ਦੇਣੇ ਪੈਣੇ ਆ। ਤਾਂ ਇਹਦੇ ਨਾਲੋਂ ਚੰਗਾ ਹੈ ਕਿ ਆਪਾਂ ਨਾਰਮਲ 10-20 ਰੁਪਏ ਦੀ ਦਵਾਈ ਖਾ ਕੇ ਠੀਕ ਹੋ ਜਾਂਦੇ। ਅੱਜ 10-20 ਰੁਪਏ ਦੀ ਦਵਾਈ ਖਾ ਰਹੇ ਹੋ, ਕੱਲ ਇਹ 10 ਲੱਖ ਤੱਕ ਪਹੁੰਚ ਜਾਣੀ ਆ। ਕਿਉਂ ਪਹੁੰਚ ਜਾਣੀ ਆ? ਢੇਰ ਸਾਰੀਆਂ ਬਿਮਾਰੀਆਂ ਲੱਗ ਜਾਣੀਆਂ, ਆਪਰੇਸ਼ਨਸ ਡਾਕਟਰ ਨੇ ਦੱਸਦੇ ਨੇ, ਹਸਪੀਟਲਾਂ 'ਚ ਜਾ ਕੇ ਉਹਨਾਂ ਨੂੰ ਫੀਸਾਂ ਦੇਣੀਆਂ ਬਹੁਤ ਸੌਖੀਆਂ ਲੱਗਦੀਆਂ ਹੈ ਸ਼ਾਇਦ,
ਠੀਕ ਹੈ। ਇਹ ਮੈਂ ਇਸ ਕਰਕੇ ਸੌਰੀ ਅਗਰ ਤੁਹਾਨੂੰ ਰਿਮਾਈਂਡ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਹੈਗੀ। ਆਈ ਨੋ ਕਿ ਬਹੁਤ ਜ਼ਿਆਦਾ ਮਜਬੂਰੀ ਦੇ ਵਿੱਚ ਆਪਾਂ ਇਹ ਚੀਜ਼ਾਂ ਕਰਦੇ ਹੈਗੇ ਆ, ਆਪਾਂ ਬਹੁਤ ਜ਼ਿਆਦਾ ਇਮੋਸ਼ਨਸ ਦੇ ਵਿੱਚ ਹੁੰਦੇ ਆ, ਲੇਕਿਨ ਉਸੇ ਚੀਜ਼ਾਂ ਤੋਂ ਬਚਣ ਵਾਸਤੇ ਮੈਂ ਇਹ ਚੀਜ਼ਾਂ ਤੁਹਾਨੂੰ ਬਾਰ-ਬਾਰ ਦੁਹਰਾ ਰਹੀ ਹਾਂ ਕਿ ਅੱਜ ਹੀ ਆਪਣੇ ਆਪ ਨੂੰ ਹੈਲਦੀ ਕਰਨਾ ਸ਼ੁਰੂ ਕਰ ਦਿਓ, ਤਾਂ ਕਿ ਡਾਕਟਰਾਂ ਨੂੰ ਪੇ ਕਰਨਾ ਬੰਦ ਕਰੀਏ। ਕਿੱਥੇ 10-10 20-20 ਲੱਖ ਰੁਪਈਆ ਇਕੱਠਾ ਕਰਦੇ ਆ ਮਜਬੂਰੀ ਦੇ ਵਿੱਚ, ਫਿਰ ਉਹਨਾਂ ਨੂੰ ਕੀ ਕਹਿੰਦੇ ਹੈਗੇ ਕਿਸ਼ਤਾਂ ਚਲਾਉਂਦੇ ਹੈਗੇ ਆ। ਉਹਦੇ ਨਾਲੋਂ ਚੰਗਾ ਹੈਗਾ ਆ ਕਿ ਅੱਜ ਹੀ ਕੁਛ ਪੈਸੇ ਜਿਹੜੇ ਜੈਨੂਅਨ ਤੁਹਾਡੇ ਬਜਟ ਦੇ ਵਿੱਚ ਆਉਂਦਾ, ਇੰਨਾ ਕੁ ਤਾਂ ਜਿੰਨੇ ਪੀਜ਼ਾ ਬਰਗਰ ਖਰੀਦਣ ਜਾਂਦੇ ਆ ਉਹਨੇ 'ਚ ਤੁਹਾਡੀ ਜਿਹੜੀ ਇੱਕ ਨੈਚੁਰੋਪੈਥੀ ਦੀ ਡਾਈਟ ਆ ਜਾਂਦੀ ਹੈਗੀ ਆ। ਸੋ ਉਹਨੂੰ ਥੋੜਾ ਜਿਹਾ ਆਪਣੇ ਮਾਈਂਡ ਨੂੰ ਥੋੜਾ ਚੇਂਜ ਕਰੋ, ਉਹਨੂੰ ਕਨਵਰਟ ਕਰੋ, ਇਹ ਸੋਚੋ ਕਿ ਅੱਜ ਹੀ ਮੈਂ ਆਪਣੇ ਆਪ ਨੂੰ ਹੈਲਦੀ ਕਰਨਾ ਆ। ਸੋ ਇਸ ਕਰਕੇ ਜਿਹੜੀ ਹਰਬਲ ਕੇਅਰ ਹੈ ਮਲਟੀ ਜਿਹੜੀਆਂ ਡਿਸੀਜ਼ਜ਼ ਇਨਫੈਕਸ਼ਨਸ ਤੋਂ ਤੁਹਾਨੂੰ ਬਚਾਉਂਦੀ ਆ ਬਹੁਤ ਜ਼ਿਆਦਾ। ਜਿਹੜੇ ਇਹਦੇ ਨਾਲ ਥਾਇਰਾਇਡ, ਓਬੇਸਿਟੀ, ਮੋਟਾਪਾ, weight ਮੈਨੇਜਮੈਂਟ, ਗਲੂਕੋਜ਼ ਲੈਵਲ, ਅਰਥਰਾਈਟਿਸ, ਕਨਸਟੀਪੇਸ਼ਨ, ਐਸਿਡਿਟੀ ਫਾਰਮੇਸ਼ਨ, ਫੈਟੀ ਲੀਵਰ, ਕਿਡਨੀ ਦਾ ਕ੍ਰੈਟਨਾਈਨ ਜਿਹੜਾ ਵੱਧਦਾ ਹੈਗਾ ਉਹ, ਜੁਆਇੰਟ ਪੇਨਸ, ਫਿਰ ਤੁਹਾਡੀਆਂ ਇਹਦੇ ਵਿੱਚ ਆ ਜਾਂਦੀਆਂ ਹੈਗੀਆਂ ਆ ਹੈਮਰੋਇਡਸ ਜਿਹਨੂੰ ਬਵਾਸੀਰ ਕਹਿ ਦਿੰਦੇ ਆ। ਫਿਰ ਇਹਦੇ ਵਿੱਚ ਆ ਜਾਂਦੇ ਹੈਗੇ ਆ ਤੁਹਾਡੇ ਬਹੁਤ ਸਾਰੇ ਜਿਵੇਂ ਅਰਥਰਾਈਟਿਸ ਦੀ ਪ੍ਰੋਬਲਮ ਆ ਜਾਂਦੀ ਹੈਗੀ ਆ, ਜਾਂ ਫਿਰ ਤੁਹਾਨੂੰ ਐਗਜ਼ੀਮਾ ਐਲਰਜੀ ਦੀ ਪ੍ਰੋਬਲਮ ਆਉਂਦੀ ਹੈਗੀ, ਸਕਿਨ ਜਿਹੜੀ ਤੁਹਾਡੀ ਬਹੁਤ ਜ਼ਿਆਦਾ ਖਰਾਬ ਹੋਣ ਲੱਗ ਜਾਂਦੀ, ਇਨਫੈਕਟੀਅਸ ਹੋ ਜਾਂਦੀ ਆ। ਫਿਰ ਤੁਹਾਡੀਆਂ ਜਿਹੜੀਆਂ ਹੈਗੀਆਂ ਮਾਈਗ੍ਰੇਨ, ਸਰਵਾਈਕਲ, ਪੀਸੀਓਡੀ, ਪੀਸੀਐਸ, ਹਾਰਮੋਨਲ ਇੰਬੈਲੈਂਸ, ਠੀਕ ਹੈ। ਇਹ ਚੀਜ਼ਾਂ ਲੇਡੀਜ਼ ਦੇ ਵਿੱਚ ਜਿਨ੍ਹਾਂ ਨੂੰ ਮੈਨੋਪੌਜ਼ ਜਾਂ ਇਹਨਾਂ ਚੀਜ਼ਾਂ ਦੀ ਜਿਹੜੀ ਦਿੱਕਤ ਆਉਂਦੀ ਹੈਗੀ ਆ, ਇਹ ਸਾਰੀਆਂ ਚੀਜ਼ਾਂ ਨੂੰ ਇਹ ਬਹੁਤ ਜਲਦੀ ਜਿਹੜਾ ਰਿਕਵਰ ਕਰਦੇ ਆ। ਕਿੰਨੇ ਟਾਈਮ 'ਚ ਰਿਕਵਰ ਕਰਦੇ ਹੋ ਤੁਹਾਡੀ ਬਾਡੀ ਤੇ ਆ, ਤੁਹਾਡੀ ਗਾਈਡੈਂਸ ਸਿਰਫ ਅਸੀਂ ਦੇ ਸਕਦੇ, ਡਿਪੈਂਡ ਤੁਹਾਡੇ ਤੇ ਆ ਕਿ ਕਿੰਨੀ ਜਲਦੀ ਉਸ ਗਾਈਡੈਂਸ ਨੂੰ ਆਪਣੇ ਉੱਤੇ ਅਪਲਾਈ ਕਰਕੇ ਉਹਨੂੰ ਅਡਿਕਟ ਕਰਦੇ ਹੋ ਤੇ ਤੁਹਾਡੀ ਬਾਡੀ ਜਿਹੜੀ ਆ ਤੁਹਾਨੂੰ ਇੱਕ ਹੈਲਦੀ ਲਾਈਫ ਸਟਾਈਲ ਦੇ ਵਿੱਚ ਕਦਮ ਰਖਵਾਉਂਦੀ ਹੈ। ਦੂਸਰਾ ਇਹਦੇ ਵਿੱਚ ਆ ਜਾਂਦੇ ਹੈਗੇ ਆ ਕੁਛ, ਇਹਦੇ ਵਿੱਚ ਇੱਕ ਹਰਬਲ ਡਾਇਟੋ ਕੇਅਰ ਆਉਂਦੀ ਹੈਗੀ, ਉਹ ਸਪੈਸ਼ਲ ਫॉर ਡਾਇਬਟੀਜ਼ ਪੇਸ਼ੈਂਟਸ ਆ ਜਿਨ੍ਹਾਂ ਦਾ ਜਿਹੜਾ ਗਲੂਕੋਜ਼ ਲੈਵਲ ਆ ਬਾਡੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਔਰ ਬਹੁਤ ਸਾਰੀ ਦਵਾਈਆਂ ਜਾਂ ਬਹੁਤ ਸਾਰੀ ਕਹਿ ਲਓ ਨੈਚੁਰੋਪੈਥੀ ਦੇ ਢੰਗ ਅਪਣਾਉਣ ਦੇ ਨਾਲ ਵੀ ਹਲੇ ਤੱਕ ਜਿਹੜਾ ਥੋੜਾ ਬਹੁਤਾ ਜਿਹੜਾ ਉਹਦਾ ਬੈਲੈਂਸਿੰਗ ਜਿਹੜੀ ਰਹਿ ਗਈ ਹੈਗੀ ਆ। ਸੋ ਉਸ ਗਲੂਕੋਜ਼ ਲੈਵਲ ਨੂੰ ਬੈਲੈਂਸ ਕਰਨ ਵਾਸਤੇ ਜਿਹੜਾ ਇਹਦੇ ਵਿੱਚ ਕਿੰਨੀ ਮਾਤਰਾ 'ਚ ਬਾਡੀ ਨੂੰ ਕਿਹੜਾ ਨਿਊਟ੍ਰੀਐਂਟ ਚਾਹੀਦਾ ਉਹਦੀ ਕੈਲਕੂਲੇਸ਼ਨ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਆ ਬਣਾਈਆਂ ਗਈਆਂ ਆ। ਖੁਦ ਇਹਨਾਂ ਤੇ ਸਟੱਡੀ ਕਰਕੇ ਇਹਨਾਂ ਹਰਬਸ ਤੇ ਬਣਾਇਆ ਗਿਆ ਹੈ। ਇਹਨਾਂ ਦੇ ਵਿੱਚ ਕੋਈ ਵੀ ਆਰਟੀਫਿਸ਼ੀਅਲ ਫਲੇਵਰ ਜਿਹੜਾ ਐਡ ਨਹੀਂ ਕੀਤਾ ਗਿਆ। ਜੋ ਵੀ ਫਲੇਵਰ ਹਰਬਸ ਦਾ ਹੁੰਦਾ ਆ ਉਹ ਕੜੱਤਨ ਦੇ ਵਿੱਚ ਆ, ਉਹ ਨਾਰਮਲਾਈਜ਼ ਦੇ ਵਿੱਚ ਆ, ਉਹ ਤੁਸੀਂ ਐਜ਼ ਇਟ ਇਜ਼ ਇਹਦੇ ਵਿੱਚ ਪਾਉਂਗੇ। ਕੋਈ ਇਹਦੇ ਵਿੱਚ ਪ੍ਰੀਜ਼ਰਵੇਟਿਵਸ ਐਡ ਨਹੀਂ ਕੀਤੇ ਹੈਗੇ ਸੋ ਦੈਟ ਜਿਹੜੀ ਇਹਦੀ ਸ਼ੈਲਫ ਲਾਈਫ ਇੰਨੀ ਰਵੇ ਜਾਂ ਉਨੀ ਰਵੇ, ਇਹ ਚੀਜ਼ਾਂ ਕੁਛ ਨਹੀਂ ਐਡਿਡ ਹੈਗੀਆਂ। ਸਿਰਫ ਇਹ ਹੈ ਕਿ ਜਿੰਨੀ ਹਰਬ ਦੀ ਜਿਹੜੀ ਅਸਲ ਦੇ ਵਿੱਚ ਇੱਕ ਨੇਚਰ ਹੈਗੀ ਆ, ਇਹ ਆਪਣੇ ਆਪ ਦੇ ਵਿੱਚ ਹੀ ਇੱਕ ਪੂਰਾ ਕਹਿ ਲਓ ਮੈਂ ਇਹਨੂੰ ਕੀ ਕਹਿ ਸਕਦੀ ਹਾਂ, ਫੁੱਲ ਆਫ ਕਹਿ ਲਓ ਨਿਊਟ੍ਰੀਐਂਟਸ ਹੈਗਾ। ਇਹਦੇ ਕੋਲ ਹੀ ਹਰ ਚੀਜ਼ਾਂ ਮਿਲ ਜਾਣੀਆਂ ਤੁਹਾਨੂੰ, ਕਿਤੇ ਹੋਰ ਐਕਸਟਰਾ ਨਿਊਟ੍ਰੀਐਂਟਸ, ਐਕਸਟਰਾ ਪ੍ਰੋਟੀਨ ਪਾਊਡਰਸ, ਐਕਸਟਰਾ ਇਹ ਚੀਜ਼ਾਂ ਲੈਣ ਦੀ ਜ਼ਰੂਰਤ ਹੀ ਨਹੀਂ ਪੈਣੀ। ਅਗਰ ਤੁਸੀਂ ਇੱਕ ਹੈਲਦੀ ਲਾਈਫ ਸਟਾਈਲ ਦੇ ਵਿੱਚ ਅੱਜ ਤੋਂ ਹੀ ਕਦਮ ਰੱਖਦੇ ਹੈਗੇ ਹੋ, ਜਿਵੇਂ ਥੋੜੀ ਦੇਰ ਪਹਿਲਾਂ ਕੁਝ ਮੈਂ ਪੁਆਇੰਟ ਦੀਆਂ ਤੁੱਕਾਂ ਦੱਸੀਆਂ ਸੀ, ਉਹਨਾਂ ਨੂੰ ਅਪਣਾ ਲੈਂਦੇ ਹੈਗੇ ਹੋ। ਉਹ ਦੱਸਣ ਦਾ ਕਾਰਨ ਸਿਰਫ ਇੰਨਾ ਕੀ ਸੀਗਾ ਕਿ ਆਪਣੇ ਆਪ ਨੂੰ ਮੈਂਟਲੀ ਸਟਰੋਂਗ ਕਰੋ। ਮੈਂਟਲੀ ਜਿੱਦਾਂ ਤੁਸੀਂ ਆਪਣੇ ਆਪ ਨੂੰ ਸਟਰੋਂਗ ਕਰ ਲਿਆ, ਉਸ ਦਿਨ ਤੋਂ ਬਾਅਦ ਤੁਹਾਨੂੰ ਜਿਹੜੀਆਂ ਦਵਾਈਆਂ ਦੀ ਤੁਹਾਨੂੰ ਬਹੁਤ ਸਾਰੀਆਂ ਜਿਹੜੀਆਂ ਦਿੱਕਤਾਂ ਆ ਰਹੀਆਂ ਉਹਨਾਂ ਨੂੰ ਖੁਦ ਹੀ ਤੁਸੀਂ ਉਹਨਾਂ ਚੀਜ਼ਾਂ ਤੋਂ ਕਹੋਗੇ ਕਿ ਯੈਸ ਕੁਛ ਗਾਈਡੈਂਸ ਜਾਂ ਕੁਛ ਟਿਪਸ ਮੰਨਣ ਨਾਲ ਹੀ ਅਸੀਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਰਿਕਵਰ ਕਰ ਲਿਆ ਹੈਗਾ। ਸੋ ਆਪਾਂ ਇੱਥੇ ਗੱਲ ਕਰ ਰਹੇ ਸੀ ਹਰਬਲ ਡਾਇਟੋ ਕੇਅਰਸ ਤੇ। ਸਭ ਤੋਂ ਫਸਟ ਇਹ ਹੈਗੀ ਆ ਕਿ ਸਾਡੇ ਜਿਹੜੇ ਪੈਨਕ੍ਰੀਆਸ ਨੂੰ ਐਕਟੀਵੇਟ ਕਰਦੀ ਹੈਗੀ ਆ, ਜਿਹੜੀ ਕਿ ਗਲੂਕੋਜ਼ ਲੈਵਲ ਨੂੰ ਜਿਹੜਾ ਮੇਨਟੇਨ ਕਰਨ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਆ। ਅੱਜ ਕੱਲ੍ਹ ਇਨਸੂਲਿਨ ਦਾ ਪਲਾਂਟ ਵੀ ਆਉਣ ਲੱਗ ਗਿਆ ਹੈਗਾ ਆ, ਤੁਸੀਂ ਉਹ ਵੀ ਆਪਣੇ ਘਰਾਂ 'ਚ ਲਗਾ ਸਕਦੇ ਹੈਗੇ ਆ। ਉਹ ਵੀ ਇੱਕ ਪੱਤਾ ਜਿਹੜਾ ਰੈਗੂਲਰ ਖਾਓ ਤਾਂ ਬਹੁਤ ਜ਼ਿਆਦਾ ਉਹਦੇ ਨਾਲ ਵੀ ਗੁੱਡ ਇਫੈਕਟ ਤੁਹਾਡੀ ਬਾਡੀ ਨੂੰ ਮਿਲਦਾ ਹੈਗਾ ਆ। ਸੋ ਇਹ ਚੀਜ਼ਾਂ ਜਿਹੜੀਆਂ ਲੈਣ ਨਾਲ ਰੈਗੂਲਰ ਕਿੰਨੇ ਟਾਈਮ ਲੈਣੀਆਂ ਇਹਦਾ ਕੀ ਹੈਗਾ ਆ, ਉਹ ਤੁਸੀਂ ਕੰਸਲਟ ਕਰਕੇ ਹੀ ਪਤਾ ਕਰ ਸਕਦੇ ਆ। ਠੀਕ ਹੈ, ਕੋਈ ਬਹੁਤ ਜ਼ਿਆਦਾ ਜਿਹੜਾ ਔਖਾ ਕੰਮ ਨਹੀਂ ਹੈਗਾ ਆਪਣੇ ਆਪ ਨੂੰ ਰੈਗੂਲਰਾਈਜ਼ ਕਰਨਾ ਨੈਚੁਰੋਪੈਥੀ ਦੇ ਢੰਗਾਂ ਦੇ ਨਾਲ, ਬਹੁਤ ਈਜ਼ੀ ਆ। ਬੱਚਿਆਂ ਨੂੰ ਈਵਨ ਦੈਨ ਅੱਗੇ ਅਸੀਂ ਇੱਕ ਸੈਸ਼ਨ ਕੀਤਾ ਸੀ ਡਾਕਟਰ ਵਿਰਕ ਜੀ ਦੇ ਨਾਲ, ਜਿਹਦੇ ਵਿੱਚ ਇੱਕ ਬਹੁਤ ਹੀ ਗੁੱਡ ਆਨਸਰ ਉਹਨਾਂ ਨੇ ਸਾਨੂੰ ਦਿੱਤਾ ਸੀ ਕਿ ਬੱਚਿਆਂ ਦੀ ਡਾਈਟ ਨੂੰ ਕਿਵੇਂ ਆਪਾਂ ਪਲਾਨ ਕਰ ਸਕਦੇ ਆ। ਇਹਨਾਂ ਦੇ ਵਿੱਚ ਬੱਚਿਆਂ ਨੂੰ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ, ਕੁਛ ਦਿਨ ਇੱਦਾਂ ਦੇ ਆ, ਕੁਛ ਬਰਸਾਤਾਂ ਔਰ ਕੁਛ ਜਿਹੜੇ ਮੌਸਮ ਦੇ ਬਦਲਣ ਦੇ ਨਾਲ ਬੱਚੇ, ਵੱਡੇ, ਬਜ਼ੁਰਗ ਹਰ ਕੋਈ ਇਫੈਕਟ ਹੋ ਰਿਹਾ ਆ, ਹਰ ਕਿਸੇ ਨੂੰ ਇਫੈਕਟ ਪੈ ਰਿਹਾ ਹੈਗਾ। ਤੇ ਇਹਨਾਂ
ਤੋਂ ਬਚਣ ਲਈ ਬੱਚਿਆਂ ਨੂੰ ਜੇ ਅਗਰ ਤੁਸੀਂ ਸਕੂਲ ਵੀ ਭੇਜਦੇ ਹੈਗੇ ਹੋ ਤਾਂ ਬੱਚਿਆਂ ਨੂੰ ਉਹਨਾਂ ਦੇ ਟਿਫਨ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਨੂੰ ਐਡ ਕਰਕੇ ਭੇਜੋ ਤਾਂ ਕਿ ਉਹ ਜਿਹੜੇ ਉਹਨਾਂ ਚੀਜ਼ਾਂ ਨੂੰ ਖਾਣ ਤਾਂ ਉਹਨਾਂ ਦੀ ਬਾਡੀ ਜਿਹੜੀ ਆ ਨਿਊਟ੍ਰੀਐਂਟਸ ਨਾਲ ਫੁੱਲ ਹੋਵੇ, ਨਾ ਕਿ ਉਹਨਾਂ ਨੂੰ ਸਿਰਫ ਪੈਸੇ ਦੇ ਕੇ ਤੋੜ ਦੋ ਜਾਂ ਫਿਰ ਉਹਨਾਂ ਦੀ ਬਾਡੀ ਦੇ ਵਿੱਚ ਉਹਨਾਂ ਦੇ ਟਿਫਨ ਦੇ ਵਿੱਚ ਕੋਈ ਸੈਂਡਵਿਚ ਬਣਾ ਕੇ ਭੇਜਦੇ, ਮੈਗੀ ਬਣਾ ਕੇ ਭੇਜਦੀ, ਨੂਡਲਸ ਬਣਾ ਕੇ ਭੇਜਦੇ, ਇੱਦਾਂ ਦੇ ਕੰਮ ਨਾ ਕਰੋ। ਇਹ ਚੀਜ਼ਾਂ ਆਲਰੇਡੀ ਬੱਚੇ ਦੇ ਲੀਵਰ ਨੂੰ, ਬੱਚੇ ਦੀ ਜਿਹੜੀ ਡਾਈਜੈਸ਼ਨ ਪਾਵਰ ਨੂੰ ਬਹੁਤ ਜ਼ਿਆਦਾ ਡਾਊਨ ਕਰ ਦਿੰਦੀ ਆ, ਬੱਚੇ ਦੀ ਇਮਿਊਨਿਟੀ ਨੂੰ ਬਹੁਤ ਜ਼ਿਆਦਾ ਲੋ ਕਰਦੀ ਆ, ਬਹੁਤ ਜਲਦੀ ਬੱਚੇ ਬਿਮਾਰ ਪੈਂਦੇ ਹੈਗੇ ਆ। ਸੋ ਅਗਰ ਉਹਨਾਂ ਨੂੰ ਘਰਾਂ ਦੇ ਵਿੱਚ ਵੀ ਕੋਈ ਚੀਜ਼ਾਂ ਦੀ ਆਦਤ ਪਾਣੀ ਆ ਤਾਂ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਆਦਤ ਪਾਓ, ਉਹਨਾਂ ਨੂੰ ਡਿਫਰੈਂਟ ਕ੍ਰੀਏਟਿਵ ਕਰ ਦਿਓ। ਅਗਰ ਬੱਚਿਆਂ ਨੂੰ ਲੱਗਦਾ ਹੈ ਕਿ ਬਾਹਰਲੀਆਂ ਚੀਜ਼ਾਂ ਅਸੀਂ ਲੈਂਦੇ ਆ ਬਿਕੋਜ਼ ਆਫ ਦੈਟ ਇਜ਼ ਕ੍ਰੀਏਟਿਵ, ਮਤਲਬ ਕਿ ਉਹਨਾਂ ਦੇ ਜਿਹੜੇ ਪੈਕੇਟ ਹੈਗੇ ਆ ਉਹਨਾਂ ਤੇ ਕੁਝ ਬਣਿਆ ਆ ਜਾਂ ਕੁਝ ਨਾ ਕੁਝ ਡਿਫਰੈਂਟ ਬੱਚੇ ਜਿਹਨਾਂ ਨੂੰ ਦੇਖ ਕੇ ਇੰਟਰਸਟ ਕਰਦੇ ਹੈਗੇ ਆ। ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਘਰ ਹੀ ਇਹ ਕ੍ਰੀਏਟਿਵਨੈਸ ਕਰਨੀ ਸ਼ੁਰੂ ਕਰ ਦਿਓ। ਬਹੁਤ ਜ਼ਿਆਦਾ YouTube ਤੇ ਇਹਨਾਂ ਚੀਜ਼ਾਂ ਨਾਲ ਭਰਿਆ ਹੋਇਆ ਹੈਗਾ। ਬੱਚਿਆਂ ਨੂੰ ਥੋੜਾ ਜਿਹਾ ਹੈਲਦੀ ਚੀਜ਼ਾਂ ਦੇਣ ਵਾਸਤੇ ਥੋੜਾ ਜਿਹਾ ਕ੍ਰੀਏਟਿਵ ਤੁਹਾਨੂੰ ਵੀ ਹੋਣਾ ਪੈਣਾ ਆ, ਥੋੜਾ ਜਿਹਾ ਉਹਨਾਂ ਨੂੰ ਇਸ ਢੰਗ ਦੇ ਨਾਲ ਜਿਹੜੀ ਆ ਟੀਚਿੰਗ ਹੈਗੀ ਆ, ਟੀਚਿੰਗ ਮੈਥਡ ਬਹੁਤ ਜ਼ਰੂਰੀ ਆ ਪੇਰੈਂਟਸ ਵਾਸਤੇ ਕਿ ਉਹਨਾਂ ਨੂੰ ਥੋੜਾ ਜਿਹਾ ਢੰਗ ਉਦਾਂ ਦਾ ਕਰ ਲਓ। ਜੇ ਬੱਚੇ ਉਧਰ ਨੂੰ ਮੂਵ ਕਰ ਰਹੇ ਤੁਸੀਂ ਵੀ ਉਧਰ ਨੂੰ ਮੂਵ ਕਰ ਲਓ, ਬਟ ਵਿਦ ਗੁੱਡ ਨਿਊਟ੍ਰੀਐਂਟਸ ਜਾਂ ਬਟ ਵਿਦ ਗੁੱਡ ਲਾਈਫ ਸਟਾਈਲ। ਇਹ ਨਹੀਂ ਕਿ ਆਪਾਂ ਉਹਨਾਂ ਨੂੰ ਜ਼ਬਰਦਸਤੀ ਬਿਠਾ ਕੇ ਸਟ੍ਰਿਕਟਲੀ ਉਹਨਾਂ ਨੂੰ ਕਹਿੰਦੇ ਨਹੀਂ ਤੂੰ ਸੇਬ ਖਾ, ਨਹੀਂ ਤੂੰ ਫਰੂਟਸ ਖਾ, ਨਹੀਂ ਏਦਾਂ ਬੱਚਾ ਬਿਲਕੁਲ ਨਹੀਂ ਇਹ ਚੀਜ਼ਾਂ ਤੁਹਾਡੀਆਂ ਮੰਨੂਗਾ। ਇਸ ਕਰਕੇ ਥੋੜਾ ਜਿਹਾ ਉਹਨੂੰ ਉਹਦੇ ਹਿਸਾਬ ਨਾਲ ਵੀ ਚੱਲੋ ਬਿਕੋਜ਼ ਦੈਟ ਜਨਰੇਸ਼ਨ ਇਜ਼ ਡਿਫਰੈਂਟ। ਇਹਦੇ ਵਿੱਚ ਬਹੁਤ ਜ਼ਿਆਦਾ ਲਾਈਫ ਸਟਾਈਲ ਜਿਹੜਾ ਬੈਡ ਹੋ ਚੁੱਕਾ ਹੈ ਤਾਂ ਬੱਚਿਆਂ ਨੂੰ ਬਚਾਉਣਾ ਸਾਡੇ ਹੱਥਾਂ 'ਚ ਹੀ ਹੈਗਾ। ਕਿੱਦਾਂ ਬਚਾਉਣਾ ਆ ਉਹ ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਜੇ ਅੱਜ ਤੋਂ ਹੀ ਮੰਨੂਗੇ ਤਾਂ ਜਿਹੜੇ ਤੁਹਾਡੇ ਬੱਚੇ ਆ ਕੱਲ ਨੂੰ ਜਦੋਂ ਸਾਡੀ ਏਜ ਦੇ ਵਿੱਚ ਆਉਣਗੇ ਤਾਂ ਬਹੁਤ ਜ਼ਿਆਦਾ ਹੈਲਦੀ ਰਹੋਗੇ। ਦਵਾਈਆਂ ਨਾਲ ਦੂਰ ਦੂਰ ਤੱਕ ਉਹਨਾਂ ਦਾ ਕੋਈ ਵੀ ਜਿਹੜਾ ਇਹ ਚੀਜ਼ਾਂ ਦਾ ਉਹਨਾਂ ਨੂੰ ਪਤਾ ਵੀ ਨਹੀਂ ਹੋਊਗਾ ਕਿ ਪੈਰਾਸੀਟਾਮੋਲ ਨਾਮ ਦੀ ਵੀ ਕੋਈ ਗੋਲੀ ਹੁੰਦੀ ਸੀਗੀ। ਕਿਉਂ ਹੁੰਦੀ ਸੀਗੀ? ਕਿਉਂਕਿ ਅਸੀਂ ਉਹਨਾਂ ਨੂੰ ਅੱਜ ਤੋਂ ਹੀ ਹੈਲਦੀ ਕਰ ਲਵਾਂਗੇ। ਸੋ ਦੂਜੀ ਜਿਹੜੀ ਮੈਂ ਤੁਹਾਨੂੰ ਦੱਸੀ ਹੈਗੀ ਆ ਦੈਟ ਇਜ਼ ਹਰਬਲ ਡਾਈਟੋ ਕੇਅਰ। ਇਹ ਸਪੈਸ਼ਲ ਹੈਗੀ ਹੈ। ਮੈਂ ਕਿਸੇ ਚੀਜ਼ ਨੂੰ ਪ੍ਰਮੋਟ ਨਹੀਂ ਕਰ ਰਹੀ ਜਾਂ ਇਹ ਨਹੀਂ ਕਹਿ ਰਹੀ ਕਿ ਤੁਸੀਂ ਇਹੀ ਜ਼ਰੂਰ ਲਓ ਜਾਂ ਏਦਾਂ ਕਰੋ। ਇਹ ਦੱਸਣ ਦਾ ਮੇਰਾ ਮਤਲਬ ਸਿਰਫ ਇੰਨਾ ਕਾ ਕਿ ਕੁਝ ਚੀਜ਼ਾਂ ਜਿਹੜੇ ਨਿਊਟ੍ਰੀਐਂਟਸ ਆ ਆਪਾਂ ਚਾਹ ਕੇ ਵੀ ਪੂਰੇ ਨਿਊਟ੍ਰੀਐਂਟਸ ਨਹੀਂ ਲੈ ਸਕਦੇ। ਸੋ ਇਹਨਾਂ ਚੀਜ਼ਾਂ ਦੇ ਵਿੱਚ ਕੁਝ ਏਦਾਂ ਦੀਆਂ ਮਤਲਬ ਚੀਜ਼ਾਂ ਜਿਹੜੀਆਂ ਹੈ ਤੁਸੀਂ ਇਹਨੂੰ ਗੂਗਲ ਤੇ ਵੀ ਸਟੱਡੀ ਕਰ ਸਕਦੇ ਆ। ਇਹਦੀ ਵੈਬਸਾਈਟ ਵੀ ਹੈਗੀ ਉੱਤੇ ਵੀ ਇਹਨੂੰ ਸਟੱਡੀ ਕਰ ਸਕਦੇ ਆ। herbal.uk ਪਾ ਕੇ ਤੁਹਾਨੂੰ ਇਹਨਾਂ ਦੀ ਜਿਹੜੀ ਤੁਸੀਂ ਪ੍ਰੋਪਰ ਸਾਰਾ ਸਟੱਡੀ ਕਰ ਸਕਦੇ ਕੀ ਚੀਜ਼ ਹੈਗੀ, ਇਹਨਾਂ ਦੇ ਕੀ ਫਾਇਦੇ ਕੀ ਇਫੈਕਟਸ ਹੈ। ਗੂਗਲ ਤੇ ਜਾ ਕੇ ਖੁਦ ਸੈਲਫ ਸਟੱਡੀ ਕਰੋ। ਮੈਂ ਇਹ ਨਹੀਂ ਕਹਿੰਦੀ ਕਿ ਜੋ ਮੈਂ ਕਹਿ ਦਿੱਤਾ ਤੁਸੀਂ ਤੁਹਾਨੂੰ ਕਿਸ ਚੀਜ਼ ਨੂੰ ਪ੍ਰਮੋਸ਼ਨ ਚਾ ਲਓ। ਸੋ ਇਸ ਕਰਕੇ ਇਹ ਚੀਜ਼ਾਂ ਨੂੰ ਰੈਗੂਲਰ ਲਓ ਕਿਉਂਕਿ ਇਹਨਾਂ ਦੇ ਵਿੱਚ ਬਹੁਤ ਸਾਰੇ ਨਿਊਟ੍ਰੀਐਂਟਸ ਏਦਾਂ ਦੇ ਆ ਜਿਹੜੀ ਸਾਡੀ ਬਾਡੀ ਤੇ ਇਫੈਕਟ ਕਰਦੇ, ਗੁੱਡ ਇਫੈਕਟ ਕਰਦੇ ਆ। ਮਿਲਟਸ, ਆਇਲ, ਕਾੜੇ, ਫਰੂਟ, ਸੈਲਡ ਇਹਨਾਂ ਨੇ ਆਪਣਾ ਰੋਲ ਅਦਾ ਕਰਨਾ ਹੈ। ਇਹਨਾਂ 'ਚ ਸਾਡੇ ਕੋਲ ਕਿਤੇ ਨਾ ਕਿਤੇ ਤੁਸੀਂ ਮੰਨੋ ਚਾਹੇ ਨਾ ਮੰਨੋ ਕਿਤੇ ਨਾ ਕਿਤੇ ਇਹ 'ਚ ਇੰਨਾ ਕੁ ਗੈਪ ਕਈ ਵਾਰ ਸਾਡੇ ਕੋਲ ਪੈ ਜਾਂਦਾ ਹੈਗਾ ਕਿ ਸਾਡਾ ਜਿਹੜਾ ਫੇਰ ਤੋਂ ਦੁਬਾਰਾ ਉਹ ਚੀਜ਼ ਸਾਨੂੰ ਦੁਬਾਰਾ ਸ਼ੁਰੂ ਕਰਨੀ ਪੈਂਦੀ ਆ। ਆਪਾਂ ਸੋਚਦੇ ਆ ਇੱਕ ਦਿਨ ਗੈਪ ਪੈ ਗਿਆ, ਦੂਜੇ ਦਿਨ ਵੀ ਪੈ ਗਿਆ, ਹੁਣ ਏਦਾਂ ਕਰੂੰਗੀ ਮੈਂ ਅਗਲੇ ਹਫਤੇ ਤੋਂ ਸ਼ੁਰੂ ਕਰੂੰਗੀ। ਬੜਾ ਕਾਮਨ ਜਿਹਾ ਆ ਇਹ, ਘਰਾਂ ਦੇ ਵਿੱਚ ਰੈਗੂਲਰ ਇਹ ਚੀਜ਼ਾਂ ਹੁੰਦੀਆਂ ਆ। ਸੋ ਦੈਟ ਮੈਂ ਤੁਹਾਡਾ ਸ਼ੇਅਰ ਕਰ ਰਹੀ ਹਾਂ। ਠੀਕ ਹੈ, ਸਿਰਫ ਇਸ ਕਰਕੇ ਕਿ ਇਹ ਚੀਜ਼ਾਂ 'ਚ ਆਪਾਂ ਗੈਪ ਪਾ ਲੈਂਦੇ ਆ ਲੇਕਿਨ ਇਹ ਇਦਾਂ ਦੀ ਡੋਜ਼ ਆ ਕਿ ਜਿਹਨੂੰ ਤੁਸੀਂ ਕਿਤੇ ਵੀ ਈਜ਼ੀ ਟੂ ਕੈਰੀ, ਠੀਕ ਹੈ, ਇਹਨੂੰ ਕਿਤੇ ਵੀ ਆਪਣਾ ਰੈਗੂਲਰ ਤੁਸੀਂ ਲੈ ਕੇ ਜਾ ਸਕਦੇ ਹੋ। ਇਹਦਾ ਗੈਪ ਨਹੀਂ ਵੀ ਪੈਂਦਾ, ਇਹਦਾ ਗੈਪ ਨਹੀਂ ਪਾਉਣਾ ਹੈਗਾ। ਬਾਕੀ ਚੀਜ਼ ਦਾ ਅਗਰ ਬਾਈ ਚਾਂਸ ਪੈ ਵੀ ਜਾਂਦਾ, ਵੈਸੇ ਤਾਂ ਕਿਸੇ ਦਾ ਵੀ ਨਹੀਂ ਪਾਉਣਾ, ਜਿਵੇਂ ਕਿ ਮੈਂ ਤੁਹਾਨੂੰ ਥੋੜੀ ਦੇਰ ਪਹਿਲਾਂ ਦੱਸਿਆ ਕਿ ਅਗਰ ਬਾਈ ਚਾਂਸ ਇਹਨਾਂ ਚੀਜ਼ਾਂ ਦਾ ਗੈਪ ਪੈਂਦਾ ਵੀ ਹੈਗਾ ਤਾਂ ਇਹ ਚੀਜ਼ ਸਾਨੂੰ ਉਸ ਚੀਜ਼ ਦੇ ਬੈਕ ਐਂਡ ਆਏ ਤੁਹਾਨੂੰ ਉਸ ਚੀਜ਼ ਤੋਂ ਬਚਾ ਲੂਗੀ। ਇਹਨੂੰ ਰੈਗੂਲਰ ਰੱਖਣਾ ਆ। ਇਹਨੂੰ ਇਹ ਨਹੀਂ ਹੈਗਾ ਕਿ ਇਹਨੂੰ ਵੀ ਛੱਡ ਕੇ ਜਦ ਮਿਲਟਸ ਨਹੀਂ ਕਿਤੇ ਲਿਜਾ ਸਕਦੇ ਤਾਂ ਇਹਨੂੰ ਵੀ ਘਰ ਹੀ ਰੱਖ ਦੇ। ਇਹਨੂੰ ਕੈਰੀ ਕਰੋ, ਬਹੁਤ ਈਜ਼ੀ ਆ ਕੈਰੀ ਕਰਨਾ। ਠੀਕ ਹੈ, ਤੀਸਰਾ ਇਹਦੇ ਵਿੱਚ ਸਾਡੇ ਕੋਲ ਆਉਂਦਾ ਹਰਬਲ ਆਸਟੀਓ ਕੇਅਰ। ਆਸਟੀਓ ਕੇਅਰ ਇਸ ਸਪੈਸ਼ਲ ਇਹਦੇ ਵਿੱਚ ਜਿਹੜੀਆਂ ਹਰਬਸ ਹੈਗੀਆਂ ਉਹਦੇ ਨਾਲ ਜਿੰਨੀਆਂ ਵੀ ਤੁਹਾਡੀਆਂ ਸਰਵਾਈਕਲ ਦੀਆਂ ਪ੍ਰੋਬਲਮਸ ਆਉਂਦੀਆਂ ਜਾਂ ਜੁਆਇੰਟ ਪੇਨ ਆਉਂਦੀ ਆ ਜਾਂ ਫਿਰ ਤੁਸੀਂ ਜਦੋਂ ਆਪਣੀ ਬਾਡੀ ਨੂੰ ਲਾਈਕ ਇਦਾਂ ਸਟ੍ਰੈਚ ਕਰਦੇ ਤਾਂ ਆਹ ਚੀਜ਼ਾਂ ਤੁਹਾਡੀਆਂ ਦਰਦ ਹੁੰਦੀਆਂ ਹੈਗੀਆਂ ਜਾਂ ਫਿਰ ਤੁਹਾਡੇ ਕੋਲ ਪ੍ਰੋਪਰ ਐਕਸਰਸਾਈਜ਼ਸ ਨਹੀਂ ਹੁੰਦੀਆਂ, ਲੱਤਾਂ ਹਰ ਟਾਈਮ ਦਰਦ ਹੁੰਦੀਆਂ, ਪੈਰ ਦੁਖਦੇ ਆ, ਚੱਲਣ 'ਚ ਤਕਲੀਫ ਆ, ਇਹਦਾ ਬੇਸ ਤਾਂ ਓਬੇਸਿਟੀ ਆ। ਜ਼ਰੂਰ ਤੁਹਾਡਾ ਭਾਰ ਹੀ ਵਧਿਆ ਹੋਊਗਾ ਜਾਂ ਫਿਰ ਇਸ ਤੋਂ ਇਲਾਵਾ ਜਿਹੜੀ ਬਾਡੀ ਦੇ ਜਿਹੜੀ ਵੀਕਨੈਸ ਦਾ ਕਾਰਨ ਇਹ ਹੈਗਾ ਕਿ ਤੁਹਾਨੂੰ ਪੂਰੇ ਨਿਊਟ੍ਰੀਐਂਟਸ ਨਹੀਂ ਮਿਲ ਪਾ ਰਹੇ ਹੈਗੇ। ਸੋ ਇਹਦੇ ਵਿੱਚ ਹਰ ਉਹ ਚੀਜ਼ ਹੈਗੀ ਆ ਜਿਹੜੀ ਕਿ ਸਪੈਸ਼ਲ ਤੁਹਾਡੀ ਗਠੀਏ ਤੱਕ ਦੀ ਪ੍ਰੋਬਲਮ, ਜਿਵੇਂ ਕਿ ਹੁਣ ਬਹੁਤ ਹੀ ਨਾਰਮਲ ਹੈਗਾ ਆ, ਲੋਕਾਂ ਨੂੰ ਅੱਜ ਕੱਲ੍ਹ ਦੱਸਿਆ ਜਾਂਦਾ, ਡਾਕਟਰਸ ਨਾਰਮਲੀ ਕਹਿ ਦਿੰਦੇ ਆ ਕਿ ਗੋਡਿਆਂ ਦੀ ਗਰੀਸ ਖਤਮ ਹੋ ਗਈ ਆ ਤੇ
ਆਪਣੇ ਜਿਹੜੇ ਤੁਹਾਡੇ ਗੋਡੇ ਹੈਗੇ ਆ ਤੁਸੀਂ ਇਹਨਾਂ ਨੂੰ ਬਦਲਵਾ ਲਓ। ਠੀਕ ਹੈ, ਸਭ ਤੋਂ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਆ ਕਿ ਗਰੀਸ ਜਿਹੜੀ ਆ ਉਹ ਕਦੀ ਖਤਮ ਨਹੀਂ ਹੋ ਸਕਦੀ ਜਦ ਤੱਕ ਤੁਹਾਡੀ ਬਾਡੀ ਜਿਹੜੀ ਮੂਵਮੈਂਟ ਦੇ ਵਿੱਚ ਹੈਗੀ ਆ, ਤੁਸੀਂ ਚੱਲਦੇ ਫਿਰਦੇ ਹੋ, ਐਕਸਰਸਾਈਜ਼ ਕਰਦੇ ਹੋ, ਜਿਹੜੀ ਗਰੀਸ ਆ ਉਹ ਰੈਗੂਲਰ ਬਣਦੀ ਆ, ਰੈਗੂਲਰ ਬੇਸਿਸ ਤੇ ਬਣਦੀ ਆ। ਇਹ ਨਹੀਂ ਕਿ ਇੱਕ ਵਾਰ ਉਹ ਰੱਬ ਨੇ ਪਾ ਦਿੱਤੀ ਗਰੀਸ ਗੋਡਿਆਂ 'ਚ ਤੇ ਉਹ ਮੁੱਕ ਗਈ, ਹੁਣ ਡਾਕਟਰ ਦੁਬਾਰਾ ਪਾਉਗੇ। ਠੀਕ ਹੈ, ਜਾਂ ਗੋਡੇ ਸਾਡੇ ਚੇਂਜ ਹੋ ਕੇ ਗਰੀਸ ਪਊਗੀ, ਦੈਟ ਇਜ਼ ਟੋਟਲੀ ਫੇਕ, ਜਾਂ ਜਿਹਨੂੰ ਇਹ ਕਹਿ ਦਿੰਦੇ ਆ ਕਿ ਇਨਫੋਰਮੇਸ਼ਨ ਨਾ ਹੋਣ ਕਰਕੇ ਇਹ ਚੀਜ਼ਾਂ ਸਾਡੇ ਨਾਲ ਹੁੰਦੀਆਂ ਆ। ਸੋ ਇਸ ਕਰਕੇ ਜਿਹੜੀਆਂ ਗੋਡੇ ਨਾ ਬਦਲਵਾਓ ਔਰ ਇਹ ਤੇ ਇਨਫੋਰਮੇਸ਼ਨ ਲਓ। ਤਾਂ ਹੀ ਮੈਂ ਕਹਿੰਦੀ ਬਾਰ-ਬਾਰ, ਮੈਂ ਤਾਂ ਜੋ ਦੱਸ ਹੀ ਰਹੀ ਹਾਂ, ਜੋ ਡਾਕਟਰ ਸਾਹਿਬ ਦੱਸਦੇ ਹੀ ਹੈਗੇ ਆ, ਬਟ ਆਪਣੇ ਆਪ ਦੀ ਇੱਕ ਸੈਲਫ ਸਟੱਡੀ, ਤੁਸੀਂ ਅੱਜ ਕੱਲ ਸਾਰੇ ਪੜ੍ਹੇ ਲਿਖੇ ਹੋ, ਜਿਹੜੇ ਮੋਬਾਈਲ ਚਲਾ ਰਹੇ ਹੈ, ਨੈਟ ਯੂਜ਼ ਕਰ ਰਹੇ ਹੈ, ਇਟ ਮੀਨਸ ਹਰ ਕਿਸੇ ਨੂੰ ਸਰਚ ਕਰਨੀ ਆਉਂਦੀ ਆ। ਕੋਸ਼ਿਸ਼ ਕਰੋ ਇਹਨਾਂ ਤੇ ਇਨਫੋਰਮੇਸ਼ਨ ਲੈਣੀ ਸ਼ੁਰੂ ਕਰੋ। ਇਹ ਨਹੀਂ ਕਿ ਮੈਂ ਹੁਣੀ ਕਿਹਾ ਸੀ ਗੈਜਟਸ ਨਹੀਂ ਚਲਾਣੇ, ਤੇ ਗੈਜਟਸ ਚਲਾਓ ਲੇਕਿਨ 5 ਤੋਂ 10 ਮਿੰਟ ਸਿਰਫ ਇਨਫੋਰਮੇਸ਼ਨ ਵਾਸਤੇ, ਜਾਂ ਕਿਸੇ ਨੂੰ ਕੋਈ ਚੀਜ਼ ਜਿਹੜੀ ਬਹੁਤ ਜ਼ਰੂਰੀ ਭੇਜਣੀ ਹੈਗੀ ਆ। ਇਹ ਨਹੀਂ ਕਿ ਉਹਦੇ ਤੇ ਸਾਰਾ ਦਿਨ ਗੇਮਸ ਡਾਊਨਲੋਡ ਕਰਕੇ ਖੇਲ ਰਹੇ ਹੋ, ਜਾਂ ਫਿਰ ਉਹਦੇ ਤੇ ਤੁਸੀਂ ਆਪਣਾ ਕਹਿ ਲਓ ਜਸਟ ਫॉर ਸੋਸ਼ਲ ਮੀਡੀਆ ਦੇ ਇੰਨੇ ਐਡਿਕਟਿਡ ਹੈਗੇ ਆ ਸਾਰੇ ਹੀ ਕਿ 2 ਮਿੰਟ ਬੈਠੇ, ਤੁਹਾਨੂੰ ਕਹਿਤਾ ਕਿ ਤੁਸੀਂ ਪਲੀਜ਼ 2 ਮਿੰਟ ਵੇਟ ਕਰੋ, ਅਸੀਂ ਫੋਨ ਚੱਕਦੇ ਆ ਤੇ ਉਹਨੂੰ ਜ਼ਰੂਰ ਸੋਸ਼ਲ ਮੀਡੀਆ ਤੇ ਸ਼ੁਰੂ ਹੋ ਜਾਂਦੇ ਆ, ਕਦੀ ਫੇਸਬੁੱਕ, ਕਦੀ ਇੰਸਟਾ, ਕਦੀ ਟਵਿੱਟਰ, ਕਦੀ ਯੂਟਿਊਬ, ਰੀਲਸ ਤੇ ਰੀਲਸ ਕਿਉਂ ਆਪਾਂ ਦੇਖ ਰਹੇ ਆ? ਕਿਉਂਕਿ ਅਸੀਂ ਦੇਖ ਰਹੇ ਆ ਤਾਂ ਲੋਕੀ ਬਣਾ ਰਹੇ ਆ। ਠੀਕ ਹੈ, ਲੋਕਾਂ ਨੂੰ ਪਤਾ ਹੈ ਕਿ ਸਾਨੂੰ ਇਹ ਚੀਜ਼ਾਂ ਦੇਖ ਰਹੇ ਹੈਗੇ ਤਾਂ ਅਸੀਂ ਵੀ ਬਣਾਈ ਜਾਈਏ, ਉਹ ਰੈਗੂਲਰ ਬਣਾਈ ਜਾ ਰਹੇ ਆ, ਅਸੀਂ ਰੈਗੂਲਰ ਦੇਖੀ ਜਾ ਰਹੇ ਆ, ਉਹਨਾਂ ਨੂੰ ਹੋਰ ਮੋਟੀਵੇਸ਼ਨ ਮਿਲ ਰਹੀ ਆ, ਤੇ ਏਦਾਂ ਕਰਕੇ ਅਸੀਂ ਜਿਹੜਾ ਆਪਣੇ ਘਰ ਦਾ ਇਨਵਾਇਰਨਮੈਂਟ ਵੀ ਖਰਾਬ ਕੀਤਾ ਆ। ਖਰਾਬ ਇਨ ਦਾ ਸੈਂਸ ਕਿ ਬੱਚੇ ਤੱਕ ਵੀ, ਜਿਹੜੇ ਛੋਟੇ ਛੋਟੇ ਉਮਰਾਂ ਦੇ ਨਿਆਣੇ ਹੈਗੇ, ਉਹਨਾਂ ਦੀ ਵੀ ਉਂਗਲੀਆਂ ਕਹਿ ਲਓ ਗੈਜਟਸ ਤੇ ਏਦਾਂ ਚੱਲਦੀਆਂ ਆ। ਅਸੀਂ ਛੋਟੇ ਹੁੰਦੇ ਸੀ ਤਾਂ ਸਾਡੇ ਇਹ ਚੀਜ਼ਾਂ ਜਿਹੜੀਆਂ ਆ ਉਸ ਟਾਈਮ ਤੇ ਨਹੀਂ ਸੀਗੀਆਂ, ਤੇ ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਤੋਂ ਦੂਰ ਹੀ ਰੱਖੋ। ਇਨਫੋਰਮੇਸ਼ਨ ਕੋਈ ਲੈਣਾ ਚਾਹੁੰਦਾ, ਬੱਚੇ ਦਾ ਕੋਈ ਕੁਐਸਚਨ ਹੈਗਾ ਆ, ਖੁਦ ਉਸ ਚੀਜ਼ ਤੇ ਸਟੱਡੀ ਕਰਕੇ ਉਹਦੇ ਲਈ ਗੂਗਲ ਬਣੋ। ਇਹ ਨਹੀਂ ਕਿ ਉਹ ਕੋ ਆਲਾ ਫੋਨ ਤੂੰ ਇੱਥੇ ਚਲਾ ਲਾ, ਦੈਟ ਇਜ਼ ਨਾਟ ਗੁੱਡ। ਤੀਸਰਾ ਆਪਣਾ ਹਰਬਲ ਆਸਟੀਓਕੇਅਰ ਦੀ ਮੈਂ ਗੱਲ ਕਰ ਰਹੀ ਸੀਗੀ, ਇਟ ਇਜ਼ ਆਲਸੋ ਗੁੱਡ ਫॉर ਆਰਥਰਾਈਟਿਸ, ਜॉइंट पेन, ਸਰਵਾਈਕਲ, ਔਰ ਸਪੈਸ਼ਲ ਫॉर ਐਗਜ਼ੀਮਾ। ਇਹਦੇ ਵਿੱਚ ਕਿੱਦਾਂ ਦੀ ਹੁੰਦੀ ਹੈ, ਜਿਹੜੀ ਕਿ ਸਾਡੀ ਸਕਿਨ ਤੇ ਜਿਹੜੀ ਐਗਜ਼ੀਮਾ ਦੀ ਐਲਰਜੀ ਹੁੰਦੀ, ਸਕਿਨ ਦੀ ਐਲਰਜੀਜ਼ ਹੋ ਜਾਂਦੀਆਂ ਆ ਬਹੁਤ ਜ਼ਿਆਦਾ, ਜਿਹੜੀ ਤੁਹਾਡੇ ਆਹ ਸਾਰੀ ਸਕਿਨ ਫਟ ਜਾਂਦੀ ਹੈਗੀ ਔਰ ਗਲ ਜਾਂਦੀ ਆ, ਫੰਗਸ ਲੱਗ ਜਾਂਦੀ ਆ, ਉਹ ਚੀਜ਼ਾਂ ਤੋਂ ਵੀ ਇਹ ਬਚਾਉਂਦਾ ਹੈਗਾ ਆ। ਔਰ ਜੇ ਤੁਹਾਡੇ ਨੀ, ਸਪਾਈਨ, ਹਿਪਸ ਪੇਨ ਦੇ ਵਿੱਚ ਵੀ ਇਹ ਬਹੁਤ ਜ਼ਿਆਦਾ ਕਾਰਗਰ ਹੈਗੀ ਆ। ਐਂਡ that is this is herbal osteocare is good for arthritis। ਉਹ ਛੱਡਦਾ ਤਾਂ ਏਦਾਂ ਦੇ ਕੰਮ ਕਰਨੇ ਸ਼ੁਰੂ ਕਰ ਦਿੱਤੀ ਆ। ਸੋ ਦ ਲਾਸਟ ਬਟ ਨਾਟ ਲੀਸਟ, ਜਿਹੜਾ ਸਾਡੇ ਕੋਲ ਇੱਕ ਹੈਗਾ ਆ ਹਰਬਲ ਕੇਅਰ ਯੂ ਐਡਵਾਂਸ, ਇਹ ਹਰ ਇੱਕ ਦੇ ਨਾਲ ਮੈਂ ਇੱਕ ਕੰਬੀਨੇਸ਼ਨ ਦੇ ਵਿੱਚ ਅਸੀਂ ਕੋਸ਼ਿਸ਼ ਕਰੀਦੀ ਆ ਦੇਣ ਦੀ, ਬਿਕੋਜ਼ ਜਿੰਨੀਆਂ ਚੀਜ਼ਾਂ ਵੀ ਇਫੈਕਟ ਕੀਤੀਆਂ ਆ ਇੱਕ ਬਿਮਾਰੀ ਦੇ ਨਾਲ ਬਾਡੀ ਨੂੰ, ਹੁਣ ਤੁਹਾਨੂੰ ਥਾਇਰਾਇਡ ਆ ਮੰਨ ਲਓ, ਜਾਂ ਤੁਹਾਡਾ weight ਜਿਹੜਾ ਆ ਉਹ ਬਹੁਤ ਜ਼ਿਆਦਾ, ਜਿਹਦੇ ਕਾਰਨ ਤੁਹਾਡਾ ਬਲੱਡ ਪ੍ਰੈਸ਼ਰ ਮੇਨਟੇਨ ਨਹੀਂ ਰਹਿੰਦਾ, ਜਾਂ ਫਿਰ ਤੁਹਾਡੇ ਜਿਹੜੇ ਹਰ ਟਾਈਮ ਜਿਹੜੀ ਵੀਕਨੈਸ, ਕਮਜ਼ੋਰੀ, ਲਥਾਰਜਿਕ ਫੀਲ ਕਰਦੇ ਹੋ, ਦਿਲ ਕਰਦਾ ਡਿਗੇ ਰਹੀਏ ਮੰਜੇ ਤੇ, ਸੋ ਇਹ ਚੀਜ਼ਾਂ ਜਿਹੜੀਆਂ ਕਵਰ ਅਪ ਕਰਨ ਵਾਸਤੇ ਇੱਕ ਹਰਬਲ ਕੇਅਰ ਯੂ ਐਡਵਾਂਸ ਨਾਲ ਦਿੱਤੀ ਜਾਂਦੀ ਹੈ, ਜੋ ਕਿ ਦੇਖਣ ਦੇ ਵਿੱਚ ਇਦਾਂ ਦੀ ਹੈਗੀ ਆ। ਦਿਸ ਆਲ ਜਿੰਨੇ ਵੀ ਤੁਹਾਨੂੰ ਅਰਕ ਦੱਸੇ ਹੈਗੇ ਆ, ਇਹ ਸਾਰੀ ਐਂਟੀਆਕਸੀਡੈਂਟ ਐਂਡ ਐਂਟੀ ਇਨਫਲੇਮੇਟਰੀ ਪ੍ਰੋਪਰਟੀਜ਼ ਦੇ ਨਾਲ, ਨੈਚੁਰਲ ਐਂਟੀਆਕਸੀਡੈਂਟ ਦੇ ਨਾਲ, ਕੁਦਰਤੀ ਐਂਟੀਆਕਸੀਡੈਂਟ। ਇਟ ਮੀਨਸ ਇਹਦੇ ਨਾਲ ਜਿਹੜੀ ਵੀ ਤੁਹਾਡੀ ਬਾਡੀ ਦੇ ਅੰਦਰ ਐਸਿਡ ਬਣਦਾ, ਜਾਂ ਫਿਰ ਹੋਰ ਔਰਗਨਸ ਨੂੰ ਇਹ ਨਾਲ ਪ੍ਰੋਬਲਮ ਕ੍ਰੀਏਟ ਕਰਦੀ ਹੈਗੀ ਆ, ਉਹਨਾਂ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬਚਾਉਂਦੀਆਂ ਹੈਗੀਆਂ ਆ। ਅਲੱਗ-ਅਲੱਗ ਇਹਨਾਂ ਨੂੰ ਇਸ ਕਰਕੇ ਬਣਾਇਆ ਗਿਆ ਹੈਗਾ ਆ, ਸੋ ਦੈਟ ਕਈਆਂ ਨੂੰ ਇਹ ਹੈਗਾ ਕਿ ਕੱਲੀ ਸ਼ੂਗਰ ਦੀ ਹੀ ਪ੍ਰੋਬਲਮ ਹੈ, ਡਾਇਬਟੀਜ਼ ਦੀ ਹੀ ਪ੍ਰੋਬਲਮ ਹੈ, ਠੀਕ ਹੈ, weight ਵੀ ਮੈਨੇਜ ਹੈ, ਬਲੱਡ ਵੀ ਪ੍ਰੈਸ਼ਰ ਵੀ ਠੀਕ ਹੈਗਾ, ਬਲੱਡ ਸਰਕੂਲੇਟ ਵੀ ਠੀਕ ਕਰ ਰਿਹਾ, ਬਟ ਬਲੱਡ ਗਲੂਕੋਸ ਲੈਵਲ ਉਹਦਾ ਠੀਕ ਨਹੀਂ ਰਹਿੰਦਾ। ਕੀ ਇਹ ਪੋਸੀਬਲ ਹੈਗਾ ਆ? ਪੋਸੀਬਲ ਹੈਗਾ ਆ। ਇਹਦੇ ਨਾਲ ਜਿਹੜੀ ਤੁਹਾਡੀਆਂ ਹੋਰ ਵੀ ਚੀਜ਼ਾਂ ਹੈਗੀਆਂ ਜ਼ਰੂਰ ਮਤਲਬ ਹੋਗੀਆਂ, ਜ਼ਰੂਰੀ ਨਹੀਂ ਹੈਗਾ ਕਿ ਕੱਲਾ ਹੀ ਡਾਇਬਟੀਜ਼ ਹੋ ਗਈ,
ਇਹਦੇ ਨਾਲ ਕੋਈ ਨਾ ਕੋਈ ਚੀਜ਼ ਜੇ ਅੱਜ ਇਫੈਕਟ ਨਹੀਂ ਕਰ ਰਹੀ, ਥੋੜੇ ਟਾਈਮ ਬਾਅਦ ਜੇ ਤੁਸੀਂ ਦਵਾਈਆਂ ਖਾਂਦੇ ਆ ਉਹ ਇਫੈਕਟ ਕਰੂਗੀ। ਤੁਹਾਡੇ ਕੋਲੇਸਟ੍ਰੋਲ ਲੈਵਲਸ, ਯੂਰਿਕ ਐਸਿਡ ਲੈਵਲ, ਦਿਸ ਇਜ਼ ਵੈਰੀ ਮਾਈਨਰ ਐਂਡ ਕਾਮਨ ਪ੍ਰੋਬਲਮਸ, ਔਰ ਇਹ ਬਹੁਤ ਈਜ਼ੀ ਰਿਕਵਰ ਹੋ ਸਕਦੀਆਂ ਆ ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਵੀ ਨਾਲ ਲੈ ਲਓ। ਇਹਨਾਂ ਚੀਜ਼ਾਂ ਨੂੰ ਬਣਾਉਣ ਦਾ ਮਕਸਦ ਸਾਡਾ ਸਿਰਫ ਇੰਨਾ ਕਾ, ਇਹ ਤੁਹਾਨੂੰ ਕਿਤੇ ਵੀ ਅਵੇਲੇਬਲ ਨਹੀਂ ਤੁਹਾਨੂੰ ਹੋਣੀ ਹੈਗੀ, ਬਿਕੋਜ਼ ਆਫ ਦੈਟ ਕਿ ਇਹ ਖੁਦ ਦੀ ਜਿਹੜੀ ਅਸੀਂ ਸਟੱਡੀ ਕਰਕੇ ਚੀਜ਼ਾਂ ਬਣਾਈਆਂ ਗਈਆਂ ਹੈਗੀਆਂ, ਕਿਉਂਕਿ ਬਾਡੀ ਨੂੰ ਜਿਹੜੇ ਨਿਊਟ੍ਰੀਐਂਟਸ ਆ ਉਹ ਪੂਰੇ ਕਰਨੇ ਬਹੁਤ ਔਖੇ ਆ। ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ, ਦਿਨ ਤੋਂ ਲੈ ਕੇ ਰਾਤ ਹੋ ਜਾਂਦੀ ਆ, ਸਾਡੇ ਕੋਈ ਨਾ ਕੋਈ ਜਿਹੜਾ ਨਿਊਟ੍ਰੀਐਂਟ ਆ ਉਹ ਰਹਿ ਜਾਂਦਾ ਹੈਗਾ। ਸੋ ਇਸ ਕਰਕੇ ਇਹਨਾਂ ਨੂੰ ਆਪਾਂ ਕੁਛ ਅਰਕ ਜਿਹੜੇ ਆ ਕੁਛ ਹਰਬਸ ਤੇ ਜੜੀ ਬੂਟੀਆਂ ਦੇ ਬਣਾਏ ਹੈਗੇ, ਸੋ ਦੈਟ ਜਿਹੜੇ ਤੁਸੀਂ ਇਹ ਚੀਜ਼ਾਂ ਨੂੰ ਲਓ ਤੇ ਤੁਹਾਡੀ ਬਾਡੀ ਦੇ ਕੁਛ ਹੱਦ ਤੱਕ ਜਿਹੜੇ ਨਿਊਟ੍ਰੀਐਂਟਸ ਆ, ਜਾਂ ਇਹ ਨਹੀਂ ਕਹੂੰਗੀ ਕਿ ਇਹਨੂੰ ਪੀਣ ਦੇ ਨਾਲ 100 ਦੇ 100 ਨਿਊਟ੍ਰੀਐਂਟ ਪੂਰੇ ਹੋ ਜੂਗੇ, ਬਟ ਉਨੇ ਨਿਊਟ੍ਰੀਐਂਟਸ ਸਾਡੇ ਪੂਰੇ ਹੋ ਜੂਗੇ ਜਿੰਨਾ ਤੁਹਾਨੂੰ ਲਾਈਫ ਟਾਈਮ ਕਦੀ ਕੋਈ ਪ੍ਰੋਬਲਮ ਨਹੀਂ ਹੋਊਗੀ। ਜੜ ਤੋਂ ਪ੍ਰੋਬਲਮਸ ਖਤਮ ਹੋ ਗਈਆਂ, ਦੁਬਾਰਾ ਕਦੀ ਪ੍ਰੋਬਲਮ ਨਹੀਂ ਲੱਗੂਗੀ, ਔਰ ਇਹਦੀ ਖੁਦ ਦੀ ਵਿਟਨੈਸ ਮੈਂ ਹੈਗੀ ਆ। ਮੈਂ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਤੋਂ ਕਵਰ ਕੀਤਾ ਹੈ ਡਿਊ ਟੂ ਆਲ ਦਿਸ ਥਿੰਗਸ ਆਫ ਰੋਟੇਸ਼ਨ। ਇਹ ਚੀਜ਼ਾਂ ਤੋਂ ਬਾਅਦ ਮੈਨੂੰ ਅੱਜ ਮੈਨੂੰ 3 ਸਾਲ ਹੋ ਚੁੱਕੇ ਆ, ਔਰ ਅੱਜ ਤੱਕ ਮੈਨੂੰ ਦੁਬਾਰਾ ਕਦੀ ਕੋਈ ਪ੍ਰੋਬਲਮ ਨਹੀਂ ਆਈ, ਔਰ ਮੈਂ ਬਿਲਕੁਲ ਹੈਲਦੀ ਹੈਗੀ ਆ। ਲੇਕਿਨ ਇਹਦੇ ਲਈ ਫਿਰ ਮੈਂ ਬਾਰ-ਬਾਰ ਉਹੀ ਕਹੂੰਗੀ ਕਿ ਮੈਂਟਲੀ ਸਟਰੋਂਗ ਹੋਣਾ ਇਜ਼ ਵੈਰੀ ਵੈਰੀ ਇੰਪੋਰਟੈਂਟ। ਮੈਂਟਲੀ ਸਟਰੋਂਗ ਹੋਣਗੇ ਤਾਂ ਆਲ ਥਿੰਗਸ ਜਿਹੜੀਆਂ ਹੈਗੀਆਂ ਤੁਹਾਡੀਆਂ ਬਹੁਤ ਜਲਦੀ ਕਵਰ ਅਪ ਹੋਣੀਆਂ ਸ਼ੁਰੂ ਹੋ ਜੂਗੀਆਂ। ਤੇ ਮੇਰਾ ਅੱਜ ਦਾ ਜਿਹੜਾ ਤੁਹਾਡਾ ਇੱਕ ਟੌਪਿਕ ਸੀਗਾ ਬਹੁਤ ਇੰਪੋਰਟੈਂਟ ਕਿ ਮਿਲਟਸ ਤਾਂ ਆਪਾਂ ਲੈ ਰਹੇ ਆ, ਲੇਕਿਨ ਫਿਰ ਵੀ ਬਿਮਾਰੀਆਂ ਕਵਰ ਅਪ ਨਹੀਂ ਹੋ ਰਹੀਆਂ, ਤਾਂ ਉਹਨਾਂ ਦੇ ਨਾਲ ਹੋਰ ਕੀ ਲਈਏ ਕਿ ਜਿਹੜੀਆਂ ਚੀਜ਼ਾਂ ਜਿਹੜੀਆਂ ਸਾਨੂੰ ਮਤਲਬ ਮੇਨਟੇਨ ਕਰਨ ਬਾਡੀ ਨੂੰ, ਸਾਨੂੰ ਇੱਕ ਨਿਊਟ੍ਰੀਐਂਟਸ ਕਵਰ ਅਪ ਦੇਣ, ਸਾਡੀ ਬਾਡੀ ਜਿਹੜੀ ਹੈਗੀ ਆ ਡੈਫੀਸ਼ੀਐਂਸੀਜ਼ ਤੋਂ ਬਚਣ, ਬਾਡੀ ਜਿਹੜੀ ਸਾਡੀ ਨੈਚੁਰਲ ਐਂਟੀਆਕਸੀਡੈਂਟ ਮਿਲੇ, ਐਂਟੀ ਇਨਫਲੇਮੇਟਰੀ ਪ੍ਰੋਪਰਟੀਜ਼ ਮਿਲਣ, ਵਾਇਰਸ ਇਨਫੈਕਸ਼ਨਸ 100 ਤਰੀਕੇ ਦਾ ਫਲੂ ਆ ਜਾਵੇ, ਚਿਕਨ ਪੌਕਸ ਹੁੰਦੀ ਆ ਲੋਕਾਂ ਨੂੰ, ਠੀਕ ਹੈ, ਫਿਰ ਜਿਵੇਂ ਕਿ ਆਹ ਕਰੋਨਾ ਦੇ ਵਿੱਚ, ਕਰੋਨਾ ਉਹਦਾ ਕੁਛ ਨਹੀਂ ਸੀਗਾ ਅਗਰ ਦੇਖਿਆ ਜਾਵੇ, ਬਟ ਮੈਂਟਲੀ ਉਹਨੂੰ ਆਪਾਂ ਇੰਨਾ ਕੁ ਜ਼ਿਆਦਾ ਆਪਣੇ ਕਹਿ ਲਓ ਸਿਰ ਦੇ ਉੱਤੇ ਚੜਾ ਲਿਆ ਸੀ, ਸਾਨੂੰ ਇਹ ਲੱਗਣ ਲੱਗ ਗਿਆ ਸੀ ਕਿ ਬਸ ਹੁਣ ਕਿਸੇ ਨੇ ਵੀ ਨਹੀਂ ਬਚਣਾ। ਬਟ ਕੀ ਸੀ, ਇਹ ਕੁਛ ਵੀ ਨਹੀਂ ਸੀਗਾ ਦੇਖਿਆ ਜਾਵੇ, ਜਸਟ ਫॉर ਇੱਕ ਇਨਫੈਕਸ਼ਨ ਜਿਹੜੀ ਕਿ ਹਰ ਸਾਲ ਮੌਸਮ ਬਦਲਦੇ ਤੇ ਆਂਦੀ ਆ, ਠੀਕ ਹੈ। ਤੁਸੀਂ ਇੱਕ ਚੀਜ਼ ਹੋਰ ਬਹੁਤ ਜ਼ਿਆਦਾ ਧਿਆਨ ਨਾਲ ਸੋਚੋ ਕਿ ਜਿਸ ਚੀਜ਼ ਦੇ ਸਿੰਪਟਮਸ ਹੀ ਹੈ ਨਹੀਂ ਗੇ, ਉਸ ਚੀਜ਼ ਦੀ ਦਵਾਈਆਂ ਇੰਜੈਕਸ਼ਨਸ ਕਿਵੇਂ ਬਣ ਸਕਦੇ ਆ, ਠੀਕ ਹੈ। ਅਗਰ ਬੁਖਾਰ ਹੈ ਤਾਂ ਬੁਖਾਰ ਦੀ ਗੋਲੀ ਖਾਵਾਂਗੇ ਨਾ, ਲੇਕਿਨ ਕਿਸੇ ਨੂੰ ਬੁਖਾਰ ਚੜ ਰਿਹਾ ਹੈ, ਕਿਸੇ ਨੂੰ ਜ਼ੁਕਾਮ ਹੋ ਰਿਹਾ, ਕਿਸੇ ਦਾ ਗਲਾ ਖਰਾਬ ਹੈ, ਕਿਸੇ ਨੂੰ ਸਕਿਨ ਤੇ ਰੈਸ਼ਿਸ ਹੋ ਰਹੇ, ਕਿਸੇ ਦੀਆਂ ਅੱਖਾਂ ਦੁਖ ਰਹੀਆਂ, ਸੋ ਉਹਦੇ ਲਈ ਇੱਕੋ ਹੀ ਡੋਜ਼ ਬਣਾਈ ਗਈ, ਠੀਕ ਹੈ। ਸੋ ਇਟ ਮੀਨਸ ਇਸ ਚੀਜ਼ ਨੂੰ ਅਵੇਅਰ ਹੋਵੋ ਕਿ ਸਿਰਫ ਇੱਕ ਲਾਈਫ ਸਟਾਈਲ ਤੇ ਹੀ ਸਾਡਾ ਸਭ ਕੁਝ ਮੇਨਟੇਨ ਹੈਗਾ। ਲਾਈਫ ਸਟਾਈਲ ਸਹੀ ਆ ਤਾਂ ਕੋਈ ਪ੍ਰੋਬਲਮ ਨਹੀਂ ਤੁਹਾਡੀ ਜਿਹੜੀ ਰਹਿ ਜਾਂਦੀ ਹੈਗੀ ਆ। ਮੈਂ ਇਸ ਚੀਜ਼ ਨੂੰ ਕੌਨਫੀਡੈਂਟਲੀ ਇਸ ਕਰਕੇ ਬਾਰ-ਬਾਰ ਸ਼ੇਅਰ ਕਰਦੀ ਹਾਂ ਕਿਉਂਕਿ ਮੈਂ ਖੁਦ ਤੋਂ ਮੋਟੀਵੇਟ ਆ, ਮੈਂ ਖੁਦ ਤੋਂ ਇੰਸਪਾਇਰਡ ਆ ਕਿ ਮੈਂ ਇਹ ਚੀਜ਼ਾਂ ਅਗਰ ਕਰ ਸਕਦੀ ਆ ਤਾਂ ਕੋਈ ਵੀ ਕਰ ਸਕਦਾ ਆ। ਇੱਕ ਇਨਸਾਨ ਜ਼ਿੰਦਗੀ ਦੇ ਵਿੱਚ ਲੇਜ਼ੀ ਵੀ ਉਨਾ ਹੀ ਬਣ ਸਕਦਾ ਆ ਤੇ ਐਕਟਿਵ ਵੀ ਉਨਾ ਹੀ ਬਣ ਸਕਦਾ, ਲੇਕਿਨ ਜਦੋਂ ਉਹਦੀ ਜ਼ਿੰਦਗੀ ਦੇ ਵਿੱਚ ਕੁਝ ਪੁਆਇੰਟ ਜਿਵੇਂ ਜਿਹਨੂੰ ਆਪਾਂ ਟਰਨਿੰਗ ਪੁਆਇੰਟਸ ਕਹਿ ਦਿੰਦੇ ਆ, ਕੁਛ ਇੱਦਾਂ ਦੇ ਪੁਆਇੰਟਸ ਆਉਂਦੇ ਹੈਗੇ ਆ ਜਦੋਂ ਤੁਹਾਨੂੰ ਲੱਗਦਾ ਹੈ ਕਿ ਮੈਨੂੰ ਇੰਨੀਆਂ ਬਿਮਾਰੀਆਂ ਲੱਗ ਚੁੱਕੀਆਂ, ਸ਼ਾਇਦ ਹੀ ਮੈਂ ਬਚਾਂ, ਤੇ ਉਹ ਇੱਕ ਤੁਹਾਡੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਲੈ ਕੇ ਆਉਂਦੀ ਹੈ ਨੈਚੁਰੋਪੈਥੀ, ਜਿਹਦੇ ਵਿੱਚ ਤੁਹਾਡੇ ਕੋਈ ਚਾਂਸ ਹੀ ਨਹੀਂ ਰਹਿ ਜਾਂਦਾ ਕਿ ਤੁਸੀਂ ਦੁਬਾਰਾ ਇਹ ਨੈਗੇਟਿਵਿਟੀ ਆਪਣੇ ਅੰਦਰ ਲੈ ਕੇ ਆਓ ਕਿ ਮੈਨੂੰ ਕੋਈ ਤਕਲੀਫ ਵੀ ਹੋ ਜੂਗੀ। ਕੋਈ ਟੈਨਸ਼ਨ ਆਉਂਦੀ ਹੈ, ਟੈਨਸ਼ਨ ਨਹੀਂ ਲਓ, ਠੀਕ ਹੈ। ਦਿਮਾਗ ਤੇ ਉਸ ਚੀਜ਼ ਨੂੰ ਹਾਵੀ ਨਾ ਕਰੋ। ਤੁਹਾਨੂੰ ਲੱਗ ਰਿਹਾ ਮੈਨੂੰ ਅੱਜ ਇਹ ਪ੍ਰੋਬਲਮ ਹੋ ਗਈ ਆ, ਆਹ ਚੀਜ਼ਾਂ ਸ਼ੁਰੂ ਹੋ ਗਈਆਂ, ਇਟਸ ਓਕੇ, ਤੁਸੀਂ ਉਹਨੂੰ ਹਟਾ ਸਕਦੇ ਆ। ਤੇ ਜਿਹੜੇ ਤੁਹਾਡੇ ਨਾਲ ਦੇ ਹੈਗੇ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਜਿਹੜੀ ਪ੍ਰੋਬਲਮ ਆਉਂਦੀ ਹੈਗੀ ਆ, ਕਿਸੇ ਹੋਰ ਨੂੰ ਨਾਲ ਫੈਮਿਲੀ 'ਚ ਪ੍ਰੋਬਲਮਸ ਹੋ ਗਈਆਂ ਹੈਗੀਆਂ, ਉਹਨਾਂ ਚੀਜ਼ਾਂ ਨੂੰ ਫਿਕਰਮੰਦ ਨਾ ਹੋਵੋ, ਆਪਣੀ ਡਾਈਟ ਨੂੰ ਸ਼ਡਿਊਲ ਕਰ ਲਓ। ਆਪਣੇ ਤੁਹਾਨੂੰ ਖੁਦ ਨੂੰ ਸਾਰੇ ਅਵੇਅਰ ਹੈਗੇ ਆ ਕਿ फ्रूट्स खाओ, सैलड खाओ, मिलट्स खाओ, ऑयल्स चेंज करो, सब कुछ ठीक ठाक हैगा। मैंटली स्ट्रोंग होना बहुत जरूरी है। टेंशनस लैके ਤੁਹਾਡੀ ਜਿਹੜੀ ਬਾਡੀ ਆ ਉਹ ਰਿਕਵਰ ਨਹੀਂ ਕਰ ਸਕਦੀ। ਮੈਂਟਲੀ ਸਟਰੋਂਗ ਹੋ ਜਾਓ, ਆਪਣੇ ਟੈਨਸ਼ਨਸ ਛੱਡ ਦੋ ਕਿ ਮੈਂ ਠੀਕ ਹੋ ਜਾਊਂਗਾ ਜਾਂ ਹੋ ਜਾਊਂਗੀ, ਕਿ ਕੀ ਹੋਊਗਾ ਪਤਾ ਨਹੀਂ, ਇੰਨੇ ਕੰਮ ਮੈਂ ਕਰਨ ਵਾਲੇ, ਮੈਂ ਕਿੱਦਾਂ ਕਰੂੰਗੀ ਜਾਂ ਕਿੱਦਾਂ ਸਭ ਕੁਝ ਹੋ ਸਕਦਾ ਆ। ਕੰਮ ਉੱਦਾਂ ਵੀ ਹੋਣੇ ਆ ਤੇ ਕੰਮ ਟੈਨਸ਼ਨ ਲੈ ਕੇ ਵੀ ਹੋਣੇ ਆ। ਸੋ ਆਪਣੇ ਆਪ ਨੂੰ ਫ੍ਰੀ ਰੱਖੋ, ਕੋਈ ਦਿੱਕਤ ਨਹੀਂ, ਅੱਜ ਪ੍ਰੋਬਲਮ ਹੈਗੀ ਆ
ਤੁਹਾਨੂੰ ਹੋਰ 10 15 20 ਦਿਨਾਂ ਚ ਮਹੀਨੇ ਬਾਅਦ ਇਹ ਪ੍ਰੋਬਲਮ ਰਹਿਣੀ ਨਹੀਂ। ਕਿਉਂ ਨਹੀਂ ਰਹਿਣੀ? ਕਿਉਂਕਿ ਤੁਸੀਂ ਖੁਦ ਹੀ ਇੰਨੇ ਇੰਸਪਾਇਰਡ ਹੋ ਚੁੱਕੇ ਹੋ, ਸੈਲਫ ਇੰਨੀ ਜ਼ਿਆਦਾ ਤੁਸੀਂ ਮੋਟੀਵੇਟ ਹੋ ਚੁੱਕੇ ਹੋ ਕਿ ਤੁਹਾਨੂੰ ਇਹ ਦੁਨੀਆ ਜਿਹੜੀ ਹੈਗੀ, ਤੁਸੀਂ ਇੱਥੇ ਸਰਵਾਈਵ ਕਰਨ ਆਏ ਆ। ਦੁਨੀਆ ਦੀ ਇੱਕ ਮੈਂ ਇੱਕ ਥੋਟ ਪੜਿਆ ਸੀ ਜਿਹਦੇ 'ਚ ਇਹ ਲਿਖਿਆ ਸੀ ਕਿ ਦੁਨੀਆ 'ਚ ਆਏ ਆ ਮੰਜ਼ਿਲ ਤੱਕ ਨਹੀਂ ਪਹੁੰਚਣਾ। ਮੰਜ਼ਿਲ ਤੱਕ ਤਾਂ ਆਪਾਂ ਕਹਿੰਦੇ ਆ ਕਿ ਚਲੋ ਨਾਰਮਲੀ, ਸੌਰੀ, ਮੰਜ਼ਿਲ ਤੱਕ ਤਾਂ ਆਪਾਂ ਕਹਿੰਦੇ ਆ ਕਿ ਪਹੁੰਚਣਾ ਆ, ਠੀਕ ਹੈ, ਲੇਕਿਨ ਉਸ ਜਿਹੜੇ ਰਸਤੇ ਦਾ ਉਹ ਸਫ਼ਰ ਆ, ਉਹਨੂੰ ਤੈਅ ਕਰਨਾ, ਉਹਨੂੰ ਇੰਜੋਏ ਕਰਨਾ, ਉਹ ਜ਼ਰੂਰੀ ਆ। ਮੰਜ਼ਿਲ ਤੱਕ ਤਾਂ ਆਪਾਂ ਪਹੁੰਚ ਹੀ ਜਾਣਾ ਆ, ਠੀਕ ਹੈ, ਲੇਕਿਨ ਜਿਹੜੇ ਰਸਤੇ ਦੇ ਵਿੱਚ ਸਟਰਗਲਸ ਆ ਰਹੀਆਂ, ਰਸਤੇ ਦੇ ਵਿੱਚ ਜੋ ਆਪਾਂ ਦਿਨ ਸਵੇਰ ਹੋ ਰਹੀ ਆ, ਰਾਤ ਹੋ ਰਹੀ ਆ, ਉਸ ਚੀਜ਼ ਨੂੰ ਕਿੱਦਾਂ ਕਵਰ ਅਪ ਕਰ ਰਹੇ ਆ ਪੋਜ਼ਿਟਿਵਿਟੀ ਦੇ ਨਾਲ, ਕਿ ਬਸ ਇਹੀ ਸੋਚ ਰਹੇ ਆ ਕਿ ਮੰਜ਼ਿਲ ਤੱਕ ਪਹੁੰਚਣਾ ਹੈ, ਸਟ੍ਰੈਸ ਲੈ ਕੇ ਆਪਣੇ ਆਪ ਨੂੰ ਬਿਮਾਰ ਕੀਤਾ ਪਿਆ ਆ, ਦਵਾਈਆਂ ਲਵਾ ਲਈਆਂ ਹੈਗੀਆਂ ਆ, ਸਵੇਰ ਤੋਂ ਇੰਨੀ ਸਾਰੀ ਪੋਟਲੀ ਖਾ ਲੈਂਦੇ ਆ, ਤੇ ਉਹ ਚੀਜ਼ਾਂ ਸਾਨੂੰ ਇਹ ਕਹਿ ਰਹੀਆਂ ਹੈਗੀਆਂ ਆ ਕਿ ਮੈਂ ਮੰਜ਼ਿਲ ਤੱਕ ਪਹੁੰਚਣਾ, ਠੀਕ ਹੈ। ਉਹਦੀ ਟੈਨਸ਼ਨ ਲਈ ਮੰਜ਼ਿਲ ਆਊਗੀ, ਲੇਕਿਨ ਉਸ ਰਸਤੇ ਦਾ ਜਿਹੜਾ ਉਹ ਸਫ਼ਰ ਆ ਉਹ ਤੈਅ ਤੁਸੀਂ ਕਿੱਦਾਂ ਕਰਦੇ ਆ। ਇਹ ਬਹੁਤ ਜ਼ਿਆਦਾ ਮੋਟੀਵੇਟਿਵ ਲਾਈਨ ਆ, ਲੇਕਿਨ ਬਹੁਤ ਡੂੰਘੀ ਗੱਲ ਜਿਹਨੂੰ ਕਹਿੰਦੇ ਆ, ਇਹਨੂੰ ਸਮਝਣਾ ਬਹੁਤ ਜ਼ਰੂਰੀ ਆ। ਅਗਰ ਇਹ ਜਿਹੜਾ ਰਸਤੇ ਦਾ ਜਿਹੜਾ ਸਫ਼ਰ ਦੀ ਮੈਂ ਗੱਲ ਕਰ ਰਹੀ ਹਾਂ, ਇਹ ਤੁਹਾਡੇ ਦਿਨ ਰਾਤ ਦਾ ਸਫ਼ਰ ਜਿਹੜਾ ਹੈਗਾ, ਜਿਹਦੇ ਵਿੱਚ ਦਵਾਈਆਂ ਆ ਗਈਆਂ ਆ ਅੱਜ ਕੱਲ, ਇਹਨਾਂ ਨੂੰ ਫਿਨਿਸ਼ ਕਰੋ। ਸਮਾਈਲ ਰੱਖੋ ਫੇਸ ਤੇ, ਹੱਸ ਕੇ ਮਿਲੋ ਸਾਰਿਆਂ ਨੂੰ, ਔਰ ਜਿਹੜੀ ਤੁਹਾਡੀ ਪੋਜ਼ਿਟਿਵਿਟੀ ਆ, ਹੁਣੀ ਤੋਂ ਹੀ ਪੋਜ਼ਿਟਿਵ ਹੋਣਾ ਸ਼ੁਰੂ ਹੋ ਜਾਓ। 5-10 ਮਿੰਟ ਬਾਅਦ ਤੁਸੀਂ ਖੁਦ ਨੂੰ ਇੰਨਾ ਅੱਛਾ ਮਹਿਸੂਸ ਕਰੋ, ਤਾਜ਼ਾ, ਊਰਜਾਵਾਨ, ਜਿਹਨੂੰ ਐਨਰਜੈਟਿਕ ਕਹਿੰਦੇ ਆ, ਉਹ ਪਾਉਂਗੇ ਕਿ ਅੱਧੀਆਂ ਪ੍ਰੋਬਲਮ ਸਾਡੀਆਂ ਇੰਨਾ ਹੀ ਸੌਰਟ ਆਊਟ ਹੋ ਜਾਣੀਆਂ, ਬਾਕੀ ਨੈਚੁਰੋਪੈਥੀ ਨੇ ਤੁਹਾਨੂੰ ਇਹਦੇ ਵਿੱਚ ਐਡ ਕਰ ਹੀ ਦੇਣਾ ਹੈਗਾ। ਸੋ ਇਹਨਾਂ ਚੀਜ਼ਾਂ ਨੂੰ ਨਾਲ ਜਿਹੜੀ ਮੈਂ ਕੁਝ ਦੱਸੀਆਂ ਹੈਗੀਆਂ, ਇਹਨਾਂ ਨੂੰ ਐਡ ਸਿਰਫ ਇਸ ਕਰਕੇ ਮੈਂ ਦੱਸਣ ਦਾ ਮੰਤਵ, ਜਿਹੜਾ ਕਹਿ ਲਓ ਮੋਟਿਵ ਹੈਗਾ, ਕਿ ਤੁਸੀਂ ਆਪਣੇ ਨਿਊਟ੍ਰੀਐਂਟਸ ਨੂੰ ਪੂਰਾ ਕਰੋ ਔਰ ਜਲਦੀ ਤੋਂ ਜਲਦੀ ਗੁੱਡ ਰਿਜ਼ਲਟਸ, ਬੈਸਟ ਰਿਜ਼ਲਟਸ ਵਾਸਤੇ ਇਹਨੂੰ ਯੂਜ਼ ਕਰੋ। ਔਰ ਬਹੁਤ ਸਾਰੇ ਹੁਣ ਤੱਕ ਦੇ ਇਹਨਾਂ ਸਾਰਿਆਂ ਨੂੰ ਮਿਲਾ ਕੇ ਅਗਰ ਮੈਂ ਗੱਲ ਕਰਾਂ ਤੇ ਆਪਾਂ 300 ਤੋਂ ਲੈ ਕੇ 500 ਤੱਕ ਦੇ ਜਿਹੜੇ ਬੰਦੇ ਹੈਗੇ ਆ, ਇਹ ਸਿਰਫ ਜਸਟ ਇੱਕ ਰਫ ਕਾਊਂਟਿੰਗ ਹੈਗੀ ਆ, ਕਿ ਜਿਨ੍ਹਾਂ ਨੂੰ ਆਪਾਂ ਹੁਣ ਤੱਕ ਠੀਕ ਕਰ ਚੁੱਕੇ ਆ। ਈਵਨ ਦੈਨ ਡਾਇਲਿਸਿਸ ਤੱਕ ਦੇ ਪੇਸ਼ੈਂਟਸ ਨੂੰ ਆਪਾਂ ਠੀਕ ਕਰ ਚੁੱਕੇ ਆ, ਕੈਂਸਰ ਤੱਕ ਦੇ ਪੇਸ਼ੈਂਟਸ ਆਪਣੇ ਆਪ ਨੂੰ ਰਿਕਵਰ ਕਰ ਰਹੇ ਹੈਗੇ ਆ। ਕਿਉਂ ਕਰ ਰਹੇ ਆ? ਸਿਰਫ ਇੱਕ ਪੋਜ਼ਿਟਿਵਿਟੀ, ਮੈਂਟਲੀ ਵਿਲ ਪਾਵਰ ਸਟਰੋਂਗ ਹੋਣ ਦੇ ਨਾਲ। ਅੱਧੀ ਪ੍ਰੋਬਲਮ ਉਹਨਾਂ ਦੀ ਉੱਥੇ ਹੀ ਖਤਮ ਹੋ ਜਾਂਦੀ ਆ। ਦੂਜੀ ਆ ਜਾਂਦੀ ਸਲਾਹ, ਜਿਹੜੀ ਕਿ ਤੁਹਾਨੂੰ ਹਰ ਟਾਈਮ ਦਿੱਤੀ ਜਾਂਦੀ ਆ। ਤੀਜੀ ਆ ਜਾਂਦੀ ਆ ਕਿ ਤੁਸੀਂ ਆਪਣੇ ਆਪ ਤੇ ਇਸ ਚੀਜ਼ ਨੂੰ ਕਿੰਨੀ ਜਲਦੀ ਅਸੈਪਟ ਕਰਕੇ ਅਲਾਉ ਕਰਦੇ ਆ ਬਾਡੀ ਤੇ। ਔਰ ਚੌਥੀ ਆ ਜਾਂਦੀ ਆ, ਚੌਥੀ ਤਾਂ ਫਿਰ ਸਿੰਪਲ ਹੀ ਆ ਜਾਂਦੀ ਹੈ ਕਿ ਸਭ ਕੁਝ ਤੁਹਾਡੀ ਬਾਡੀ ਜਿਹੜੀ ਰਿਕਵਰ ਕਰਕੇ ਇੱਕ ਹੈਲਦੀ ਲਾਈਫਸਟਾਈਲ ਦੇ ਵਿੱਚ ਆ ਜਾਂਦੀ ਆ। ਆਪਣੇ ਆਪ ਨੂੰ ਮੂਵਮੈਂਟ 'ਚ ਰੱਖੋ, ਐਕਸਰਸਾਈਜ਼ਸ ਕਰੋ, ਯੋਗਾ ਕਰੋ। ਮੈਂ ਬਾਰ-ਬਾਰ ਦੱਸਦੀ ਆ, ਯੋਗਾ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਅੱਧਾ ਘੰਟਾ ਬਹਿਣਾ। ਜਿਹੜੇ ਸਟਾਰਟਅਪ ਜਿਨ੍ਹਾਂ ਨੇ ਸਟਾਰਟ ਕਰਨਾ, ਉਹ 5-5 ਮਿੰਟ ਤੋਂ ਵੀ ਸਟਾਰਟ ਕਰੂਗੇ, ਤੁਹਾਡੀ ਬਾਡੀ ਤੁਹਾਡੇ ਜਿਹੜੇ ਆ ਉਹ ਰਿਜ਼ਲਟਸ ਦਊਗੀ। ਅਗਰ ਉਹਨੂੰ 5 ਮਿੰਟ ਤੋਂ ਹੀ ਸਟਾਰਟ ਕਰੋਗੇ ਤਾਂ ਜਿਹੜੀ ਤੁਹਾਡੀ ਬਾਡੀ ਆ ਤੁਹਾਨੂੰ ਗੁੱਡ ਰਿਜ਼ਲਟਸ ਦਊਗੀ। ਅਗਰ ਤੁਸੀਂ ਐਕਸਰਸਾਈਜ਼ ਕਰਦੇ ਆ, ਜਿਹੜੇ ਤਾਂ ਕਰਦੇ ਹੈਗੇ ਉਹਨਾਂ ਦਾ ਤਾਂ ਰੈਗੂਲਰ ਐਡਿਕਸ਼ਨ ਹੈਗੀ ਆ ਕਿ 1 ਘੰਟਾ 2 ਘੰਟੇ ਕਰਨੀ ਆ। ਜਿਨ੍ਹਾਂ ਨੇ ਸਟਾਰਟਿੰਗ ਕਰਨੀ ਆ, ਤੁਸੀਂ 5-5 10-10 ਮਿੰਟ ਤੋਂ ਵੀ ਸ਼ੁਰੂ ਕਰੋਗੇ, ਤੁਹਾਡੀ ਬਾਡੀ ਤੁਹਾਨੂੰ ਬੈਕ ਐਂਡ ਤੇ ਰਿਜ਼ਲਟ ਦਊਗੀ। ਨੇਚਰ ਜਿਹੜੀ ਆ ਉਹ ਤੁਹਾਡਾ ਪੂਰਾ ਸਾਥ ਦਊਗੀ, ਲੇਕਿਨ ਸਭ ਤੋਂ ਪਹਿਲਾਂ ਨੇਚਰ ਨਾਲ ਜੁੜਨ ਵਾਸਤੇ ਤੁਹਾਡੀ ਵਿਲ ਪਾਵਰ ਹੋਣੀ ਜ਼ਰੂਰੀ ਆ। ਜੇ ਮੈਂਟਲੀ ਸਟਰੋਂਗ ਆ, ਨੇਚਰ ਤੁਹਾਨੂੰ ਖੁਸ਼ੀ-ਖੁਸ਼ੀ ਅਪਣਾਊਗੀ ਔਰ ਫਿਰ ਏਦਾਂ ਦਾ ਅਪਣਾਊਗੀ ਕਿ ਦੁਬਾਰਾ ਕਦੀ ਪ੍ਰੋਬਲਮਸ ਜਿਹੜੀਆਂ ਮਤਲਬ ਤੁਸੀਂ ਕਹੋਗੇ ਨਹੀਂ ਕਿ ਸਾਨੂੰ ਆ ਸਕਦੀਆਂ ਆ। 60-60 70-70 ਸਾਲ ਤੱਕ ਦੇ ਜਿਹੜੇ ਬਜ਼ੁਰਗ ਹੈਗੇ, ਉਹਨਾਂ ਨੇ ਆਪਣੇ ਆਪ ਨੂੰ ਰਿਕਵਰ ਕਰ ਲਿਆ। ਕਿੱਦਾਂ ਰਿਕਵਰ ਕੀਤਾ? ਆਪਣੇ ਐਕਸਪੀਰੀਐਂਸਿਸ ਦੇ ਨਾਲ। ਉਹਨਾਂ ਨੇ ਦੇਖਿਆ ਕਿ ਬਹੁਤ ਸਾਰਾ ਸਟ੍ਰੈਸ ਲੈ ਕੇ ਵੀ ਅਸੀਂ ਜੀਵਨ ਕਿੱਦਾਂ ਕੱਢਿਆ, ਤੇ ਹੁਣ ਸਟ੍ਰੈਸ ਫ੍ਰੀ। ਮੈਂ ਇਹ ਨਹੀਂ ਕਹਿੰਦੀ ਕਿ ਸਾਰੀਆਂ ਟੈਨਸ਼ਨਾਂ ਛੱਡ ਕੇ ਬਹਿ ਜਾਓ, ਇਹ ਨਹੀਂ ਮੈਂ ਕਿਹਾ। ਟੈਨਸ਼ਨ ਨਹੀਂ ਲੈਣੀ, ਠੀਕ ਹੈ। ਟੈਨਸ਼ਨ, ਜ਼ਿੰਮੇਵਾਰੀਆਂ, ਰਿਸਪੌਂਸਿਬਿਲਿਟੀਜ਼ ਹਰ ਇੱਕ ਨੂੰ ਹੈਗੀਆਂ, ਉਹਨੂੰ ਕਰੋ, ਲੇਕਿਨ ਉਹਨੂੰ ਇੱਕ ਸਟ੍ਰੈਟਜੀ ਨਾਲ ਕਰੋ। ਤੁਹਾਨੂੰ ਪਤਾ ਇਹ ਚੀਜ਼ ਉੱਦਾਂ ਵੀ ਹੋ ਜਾਣੀ ਤੇ ਆਪਣੇ ਆਪ ਨੂੰ ਬਿਮਾਰ ਕਰਕੇ ਵੀ ਹੋ ਜਾਣੀ। ਸੋ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਕਰੋ, ਲੇਕਿਨ ਬਹੁਤ ਜ਼ਿਆਦਾ ਆਪਣੇ ਆਪ ਨੂੰ ਸਟਰੋਂਗ ਕਰਕੇ ਕਿ ਆਈ ਕੈਨ ਡੂ ਇਟ, ਆਈ ਵਿਲ ਡੂ ਇਟ, ਮੈਨੂੰ ਕੋਈ ਪ੍ਰੋਬਲਮ ਨਹੀਂ, ਐਂਡ ਆਲ ਇਜ਼ ਵੈਲ। ਐਂਡ ਥੈਂਕ ਯੂ ਵੈਰੀ ਮਚ ਫॉर ਦਿਸ ਸੈਸ਼ਨ। ਅਗਲੇ ਸੈਸ਼ਨ 'ਚ ਫਿਰ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ਾਂ ਨਾਲ ਮੈਂ ਤੁਹਾਨੂੰ ਮਿਲੂੰਗੀ, ਤੇ ਬਾਰ-ਬਾਰ ਮੇਰਾ ਤੁਹਾਡਾ ਰੂਬਰੂ ਹੋਣ ਦਾ, ਤੁਹਾਨੂੰ ਵਕਤ ਦੇਣ ਦਾ ਜਾਂ ਸਮਾਂ ਮੈਂ ਦੇ ਰਹੀ ਹੈਗੀ ਸਿਰਫ ਇਸ ਕਰਕੇ ਤਾਂ ਕਿ ਤੁਸੀਂ ਬਹੁਤ ਹੀ ਕਾਮਨ ਚੀਜ਼ਾਂ ਨੂੰ ਸਮਝ ਪਾਓ। ਬਹੁਤ ਸਾਰੀ ਲੋਕੀ ਹੈਗੇ ਜਿਹੜੇ ਇਹਨਾਂ ਚੀਜ਼ਾਂ ਨੂੰ ਸਟਾਰਟ ਕਰ, ਮੈਨੂੰ ਖੁਸ਼ੀ ਆ ਉਹਨਾਂ ਨੇ ਰਿਕਵਰ ਵੀ ਕਰ ਲਿਆ ਆ, ਤਾਂ ਮੈਂ ਉਹਨਾਂ ਨੂੰ ਕੰਗ੍ਰੈਚੁਲੇਸ਼ਨਸ ਕਰਦੀ ਆ ਬਾਰ-ਬਾਰ।
ਕਿ ਵੱਧ ਤੋਂ ਵੱਧ ਲੋਕਾਂ ਨੂੰ ਇੰਸਪਾਇਰ ਕਰੋ, ਅੱਗੇ ਆਓ, ਲੋਕਾਂ ਦੇ ਰੂਬਰੂ ਹੋ, ਉਹਨਾਂ ਨੂੰ ਕੋਸ਼ਿਸ਼ ਕਰੋ ਦੱਸਣ ਦੀ ਕਿ ਨੈਚੁਰੋਪੈਥੀ ਤੁਹਾਡਾ ਸਾਥ ਦਿੰਦੀ ਆ। ਅਗਰ ਤੁਸੀਂ ਇਹਦੇ ਵਿੱਚ ਨੈਚੁਰੋਪੈਥੀ ਦਾ ਸਾਥ ਦਿੰਦੇ ਆ ਤੇ ਉਹਦੇ ਲਈ ਬੇਸ ਹੈਗਾ ਵਿਲ ਪਾਵਰ, ਸਮਾਈਲ ਐਂਡ ਤੁਹਾਡੇ ਪੋਜ਼ਿਟਿਵ ਥੋਟਸ। ਥੈਂਕ ਯੂ ਵੈਰੀ ਮਚ ਐਂਡ ਥੈਂਕ ਯੂ ਟੂ ਆਲ ਆਫ ਯੂ ਟੂ ਜੁਆਇਨ ਮੀ। ਥੈਂਕ ਯੂ।